ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ। ਤੂੰ ਮੇਰੋ ਮੇਰ ਪਰਬਤ ਸੁਆਮੀ, ਓਟ ਗਈ ਮੈਂ ਤੇਰੀ। ਨਾ ਤੁਮ ਡੋਲੋ ਹੋ ਨਾ ਹਮ ਗਿਰਤੇ, रख लीनी हर मेरी। प्रभ की जय कृपा निधान, हम हर गुण गावहेंगे। हाँ तुमरी करहो नित्य आस, प्रभ मोहे कब गल लावहेंगे। धन वाहिगुरू साहिब जी। जिनी ऐसा हर नाम ना चेत्यो, से काहे जग आए राम राजे। एह मानस जन्म दुलंभ है, नाम बिना बिरथा सब जाए। हुण बतै हर नाम ना बीजियो, अग्गै भुखा क्या खाए। मन मुखानो फिर जन्म है, नानक हर पाए। मन मुखानो फिर जन्म है, नानक हर पाए। वाहिगुरु जी का खालसा, वाहिगुरु जी की फतेह। ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਮੁਕੱਦਸ ਹਜ਼ੂਰੀ ਅੰਦਰ ਸੁਭਾਈਮਾਨ ਗੁਰੂ ਪਿਆਰੇ ਸਨਮਾਨਯੋਗ ਸਤਸੰਗੀ ਜਨੋ, ਆਪ ਬਹੁਤ ਪ੍ਰੇਮ ਭਾਵਨਾ ਦੇ ਨਾਲ ਹਫਤਾਵਾਰੀ ਗੁਰਮਤਿ ਦੀਵਾਨਾਂ ਦੀ ਹਾਜ਼ਰੀ ਭਰ ਰਹੇ ਹੋ। ਜਿੱਥੇ ਅੱਜ ਸਾਡੇ ਦੇਸ਼ ਵਿੱਚ ਤਿਉਹਾਰ ਮਨਾਇਆ ਜਾ ਰਿਹਾ ਹੈ, ਉੱਥੇ ਆਪ ਆਪਣੇ ਸਮੇਂ ਨੂੰ ਸੁਖਾਲਾ ਆਨੰਦਮਈ ਸੁਹਿਲਾ ਕਰਨ ਵਾਸਤੇ ਸਤਿਗੁਰਾਂ ਦੇ ਪਾਵਨ ਦਰਬਾਰ ਦੇ ਵਿੱਚ ਉਦਮ ਕਰਕੇ ਆਏ ਹੋ। ਮੁਬਾਰਕ ਦੇ ਪਾਤਰ ਹੋ, ਬਖਸ਼ੋ ਅਸੀਸ। 13ਵੀਂ ਪੌੜੀ ਤੱਕ ਵਿਚਾਰ ਆਪ ਸੰਗਤਾਂ ਦੇ ਨਾਲ ਕੀਤੀ ਸੀ ਪਿਛਲੇ ਹਫਤੇ ਦੇ ਦੀਵਾਨਾਂ ਵਿੱਚ। ਅੱਜ 14ਵੀਂ ਪੌੜੀ ਨਾਲ ਲੱਗਦੇ 2 ਸਲੋਕ ਅਤੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਛੰਦ, ਇਹਦੀ ਵਿਚਾਰਦਾਸ ਆਪ ਸੰਗਤਾਂ ਨਾਲ ਕਰ ਸਕੇ। ਜਿਹੜੀ ਸੰਗਤ ਆਪ ਗੁਰਦਰਬਾਰ ਵਿੱਚ ਮੌਜੂਦ ਹੋ, ਜਿਹੜੀ ਸੰਗਤ ਘਰ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੀਆਂ ਹਰ ਜਸ ਲਾਈਵ ਜਿਹੜਾ ਚੱਲ ਰਿਹਾ ਹੈ, ਇਸ YouTube ਚੈਨਲ ਮੀਡੀਆ ਰਾਹੀਂ ਸਰਵਣ ਕਰ ਰਹੇ ਹੋ, ਵਿਚਾਰ ਆਰੰਭਣ ਤੋਂ ਪਹਿਲਾਂ ਬਖਸ਼ੋ ਅਸੀਸ। ਸਾਰੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਪਿਛਲੇ ਹਫਤੇ ਅਸੀਂ 4 ਯੁਗਾਂ ਦਾ ਜ਼ਿਕਰ ਜਿਹੜਾ ਗੁਰੂ ਪਾਤਸ਼ਾਹ ਗੁਰੂ ਨਾਨਕ ਸਾਹਿਬ ਨੇ ਕੀਤਾ ਸੀ, ਉਹਦੀ ਵਿਚਾਰ ਵਿਸਥਾਰ ਨਾਲ ਕੀਤੀ ਸੀ। ਔਰ ਤਕਰੀਬਨ ਬਹੁਤ ਲੰਬਾ ਸਮਾਂ ਅਸੀਂ
सवा डेढ़ घंटा लगातार ਇਹਨੂੰ ਸਮਝਣ ਦਾ ਯਤਨ ਕੀਤਾ ਸੀ, ਪਰ ਫਿਰ ਵੀ ਇਹ ਦਾਅਵਾ ਨਹੀਂ ਕਰ ਸਕਦੇ ਕਿ ਅਸੀਂ ਸਮਝ ਲਿਆ ਜਾਂ ਸਮਝਾਇਆ ਜਾ ਸਕਿਆ। ਪਰ ਮੁੱਕਦੀ ਗੱਲ ਇੱਕੋ ਤੁਕ ਦੇ ਵਿੱਚ ਹੈ, ਜਿੱਥੇ ਨਾਨਕ ਮੇਰ ਸਰੀਰ ਕਾ ਇੱਕ ਰਥ ਇੱਕ ਰਥਵਾਓ ਦਾ ਜ਼ਿਕਰ ਕੀਤਾ ਹੈ। ਪਹਿਲੀ ਗੱਲ ਸਮਝਣ ਵਾਲੀ ਇਹ ਹੈ ਕਿ ਜਿਸ ਤਰ੍ਹਾਂ ਸੁਮੇਰ ਪਰਬਤ ਉੱਤਮ ਹੈ, ਮਣਕਾ ਜਿਹੜਾ ਮੇਰੂ ਹੈ ਤਸਬੀ ਦੇ ਵਿੱਚ ਮਾਲਾ ਦੇ ਵਿੱਚ ਉਹ ਉੱਤਮ ਹੈ, ਗਲ ਵਿੱਚ ਪਾਉਣ ਵਾਲੀ ਮੋਤੀ ਦੀ ਮਾਲਾ ਮੋਤੀਆਂ ਦੀ ਮਾਲਾ ਵਿੱਚ ਵੀ ਮੇਰੂ ਮਣਕਾ ਹੀ ਸਭ ਤੋਂ ਸ੍ਰੇਸ਼ਟ ਹੁੰਦਾ ਹੈ, ਅੱਗੇ ਹੁੰਦਾ ਹੈ। ਇਵੇਂ ਇਹ ਸਰੀਰ ਜਿਹੜਾ ਹੈ ਮਨੁੱਖੀ ਦੇਹੀ ਇਹ ਸਭ ਤੋਂ ਸ੍ਰੇਸ਼ਟ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਇਹਦੀ ਪਛਾਣ ਕਰਨੀ ਹਰ ਇੱਕ ਮਨੁੱਖ ਦਾ ਸਭ ਤੋਂ ਪਹਿਲਾ ਕਰਮ ਹੈ ਕਿ ਗੁਰਸੇਵਾ ਤੇ ਭਗਤ ਕਮਾਈ ਤਬ ਇਹ ਮਾਨਸ ਦੇਹੀ ਪਾਈ। ਔਰ ਇੱਕ ਗੱਲ ਕੱਲੀ ਗੁਰਮਤਿ ਦੀ ਨਹੀਂ ਹੈ, ਹਰ ਧਰਮ ਦੇ ਵਿੱਚ ਮਨੁੱਖਾ ਦੇਹੀ ਨੂੰ ਉੱਤਮ ਮੰਨਿਆ ਗਿਆ। ਇਸ ਕਰਕੇ ਸਤਿਗੁਰੂ ਜੀ ਨੇ ਇਹ ਬਖਸ਼ਿਸ਼ ਕੀਤੀ ਸੀ। ਫਿਰ ਇਹ ਦੱਸਿਆ ਕਿ ਜੁਗਾਂ ਜੁਗਾਂ ਦੇ ਵਿੱਚ ਕੋਈ ਮਨੁੱਖਾ ਦੇਹੀ 'ਚ ਫਰਕ ਨਹੀਂ ਪਿਆ, ਭਾਵੇਂ ਉਹ ਸਤਯੁਗ ਤ੍ਰੇਤਾ ਦੁਆਪਰ ਕਲਯੁਗ, ਫਰਕ ਪਿਆ ਅੰਦਰ ਦੇ ਸੁਭਾਅ ਦਾ। ਜਿਹਦੇ ਅੰਦਰ ਅਗਨ ਹੈ, ਜਿਹਦੇ ਅੰਦਰ ਤ੍ਰਿਸ਼ਨਾ ਹੈ, ਜਿਹਦੇ ਅੰਦਰ ਵਿਕਾਰ ਨੇ, ਸਮਝੋ ਉਹ ਕਲਯੁਗੀ ਹੈ। ਅਤੇ ਜਿਹਦੇ ਅੰਦਰ ਧਰਮ ਤੇ ਸੰਤੋਖ ਹੈ, ਜਿਹਦੇ ਅੰਦਰ ਰੱਬ ਦਾ ਨਾਮ ਹੈ, ਸਮਝੋ ਉਹ ਸਤਜੁਗੀ ਹੈ ਅਤੇ ਉਹਦੇ ਅੱਗੇ ਸਿਰ ਝੁਕਦਾ ਹੈ। ਅਗਲੇ ਸ਼ਲੋਕ ਦੇ ਵਿੱਚ ਸਤਿਗੁਰੂ ਜੀ ਨੇ 4 ਵੇਦਾਂ ਨੂੰ 4 ਪੂਜਣ ਵਾਲੇ ਇਸ਼ਟਾਂ ਦੇ ਨਾਮ ਦੇ ਨਾਲ ਸਤਿਗੁਰੂ ਜੀ ਨੇ ਆਖਿਆ ਕਿ ਸ਼ਾਮ ਵੇਦ ਦੇ ਵਿੱਚ ਸੈਤਾਂਬਰ ਸੀ, ਰਿਗ ਵੇਦ ਦੇ ਸਮੇਂ ਦੇ ਵਿੱਚ ਸ਼੍ਰੀ ਰਾਮ ਚੰਦਰ ਜੀ ਸਨ, ਜੁਜ ਯਾਦਵ ਯਥੁਰਵੇਦ ਦੇ ਵਿੱਚ ਯਾਦਵ ਕੁਲ ਦੇ ਸ਼੍ਰੀ ਕ੍ਰਿਸ਼ਨ ਜੀ। ਔਰ ਇਸੇ ਤਰ੍ਹਾਂ ਜਦ ਕਲਯੁਗ ਦਾ ਪੈਰਾ ਆਇਆ ਅਥਰਵਣ, ਅਤੇ ਉੱਥੇ ਫਿਰ ਮੁਗਲਾਂ ਨੇ ਤੁਰਕ ਪਠਾਨੀ ਅਮਲ ਕੀਆ ਦਾ ਭਾਵ ਕਿ ਉਹਨਾਂ ਨੇ ਹੁਕਮ ਚਲਾਇਆ, ਪਾਪ ਕੀ ਜੰਜ ਲੈ ਕਾਬਲੋਂ ਧਾਇਆ, ਜੋਰੀ ਮੰਗੈ ਦਾਨਵੇ ਲਾ ਲਓ। ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਨੂੰ ਜੇਲ੍ਹ ਵਿੱਚ ਸੁੱਟਿਆ ਗਿਆ ਸੀ। ਤੁਹਾਨੂੰ ਇਹ ਪਤਾ ਹੈ, ਐਮਨਾਬਾਦ ਦੀ ਧਰਤੀ 'ਤੇ ਗੁਰੂ ਨਾਨਕ ਸਾਹਿਬ ਉੱਥੇ ਦੀ ਕੋਤਵਾਲੀ ਵਿੱਚ ਰਹੇ ਨੇ। ਔਰ ਇਹ ਵੀ ਤੁਹਾਨੂੰ ਪਤਾ ਹੈ, ਜਦ ਐਮਨਾਬਾਦ ਦੀ ਧਰਤੀ ਸੈਦਪੁਰ ਵਿਖੇ ਬਾਬਰ ਨੂੰ ਇਹ ਪਤਾ ਲੱਗਿਆ ਕਿ ਹਿੰਦੇ ਪੀਰ ਮੇਰੀ ਜੇਲ੍ਹ ਵਿੱਚ ਹੈ, ਅਤੇ ਫਿਰ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕਰਨ ਆਇਆ ਅਤੇ ਸਜਦਾ ਕੀਤਾ ਗੁਰੂ ਨਾਨਕ ਸਾਹਿਬ ਨੂੰ। ਅਜ਼ਮਤ ਦੇਖੀ ਗੁਰੂ ਨਾਨਕ ਸਾਹਿਬ ਨੇ, ਉਹਦੇ ਮੂੰਹ 'ਤੇ ਆਖਿਆ, ਪਾਪ ਕੀ ਜੰਜ ਲੈ ਕਾਬਲੋਂ ਧਾਇਆ, ਜੋਰੀ ਮੰਗੈ ਦਾਨਵੇ ਲਾ ਲਓ। ਗੁਰੂ ਨਾਨਕ ਸਾਹਿਬ ਨੇ ਉਹਨੂੰ ਦੱਸਿਆ ਕਿ ਇਸ ਸੰਸਾਰ ਦੇ ਵਿੱਚ ਸੱਚ ਕਿੱਥੇ ਰਹਿ ਗਿਆ। ਕੱਲ ਕਾਤੀ ਰਾਜੇ ਕਾ ਸਾਈਂ, ਧਰਮ ਪੰਖ ਕਰ ਉੱਡ ਰਿਹਾ, ਕੂੜ ਅਮਾਵਸ ਸੱਚ ਤਰ ਚੰਦਰਮਾ, ਦੀਸੈ ਨਾਹੀ ਕਹਿ ਚੜਿਆ ਹੋਂ ਭਾਲ, ਵਿਕੁੰਨੀ ਹੋਈ ਆਂਧੇਰੇ ਰਾਹ ਨਾ ਕੋਈ। ਇਸੀ ਗੱਲ ਨੂੰ ਭਾਈ ਗੁਰਦਾਸ ਜੀ ਨੇ ਵੀ ਬਿਆਨ ਕੀਤਾ। ਕੱਲ ਆਈ ਕੁੱਤੇ ਮੂੰਹੀ ਖਾਜ ਹੁਆ ਮੁਰਦਾਰ ਗੁਸਾਈ, ਰਾਜੇ ਪਾਪ ਕਮਾਵਦੇ ਉਲਟੀ ਵਾੜ ਖੇਤ ਕੋ ਖਾਈ, ਪ੍ਰਜਾ ਅੰਧੀ ਗਿਆਨ ਬਿਨ ਕੂੜ ਕੁਸਤ ਮੁਖੋਂ ਅਲਾਈ, ਚੇਲੇ ਸਾਜ਼ ਵਜਾਉਂਦੇ ਨੱਚਣ ਗੁਰੂ ਬਹੁ ਵਿਧ ਭਾਈ, ਚੇਲੇ ਬੈਠਣ ਘਰਾਂ ਵਿੱਚ ਗੁਰ ਉੱਠ ਤਿਨਾਰੇ ਜਾਈ। ਆ ਜਿਹੜਾ ਕਰੋਨਾ ਦੇ ਵਿੱਚ ਹੋਇਆ ਇਹੀ ਤੇ ਹੋਇਆ ਕਿ ਚੇਲੇ ਬੈਠਣ, ਸਟੂਡੈਂਟ ਘਰਾਂ ਵਿੱਚ ਬੈਠੇ ਹੈ ਅਤੇ ਟੀਚਰਸ ਉਹਨਾਂ ਨੂੰ ਆ ਕੇ ਔਨਲਾਈਨ ਘਰਾਂ ਦੇ ਵਿੱਚ ਪੜ੍ਹਾ ਰਹੇ ਹੈ। ਅਤੇ ਇਹ ਸਭ ਤੋਂ ਵੱਡੀ ਕਲਯੁਗ ਦੀ ਨਿਸ਼ਾਨੀ ਦੱਸੀ ਹੈ ਜੀ ਬਾਣੀ ਦੇ ਵਿੱਚ। ਚੇਲੇ ਬੈਠਣ ਘਰਾਂ ਵਿੱਚ ਗੁਰ ਉੱਠ ਤਿਨਾੜੇ ਜਾਈ, ਫਿਰ ਅੱਗੇ ਪਾਪ ਹੀ ਤੇ ਵਰਤ ਰਿਹਾ। ਕਾਜ਼ੀ ਹੋਏ ਰਿਸ਼ਵਤੀ ਵੱਡੀ ਲੈ ਕੇ ਹੱਕ ਗਵਾਈ। ਅਸੀਂ ਧਰਮ ਦਾ ਬਾਣਾ ਪਾ ਕੇ ਕਹਿ ਦਿੰਦੇ ਹਾਂ ਜੀ ਜੋ ਮਰਜ਼ੀ ਕੰਮ ਕਰਾ ਲਓ, ਲਿਫਾਫਾ ਦੇ ਦਿਓ, ਇੰਨਾ ਲਿਫਾਫਾ ਦੇ ਦਿਓ, ਅਸੀਂ ਇੱਧਰ ਵੀ ਆ ਜਾਵਾਂਗੇ ਉੱਧਰ ਵੀ ਆ ਜਾਵਾਂਗੇ। ਗੁਰਮਤਿ ਤੱਤ ਗਿਆਨ ਦੀ ਗੱਲ ਛਿੱਕੇ ਟੰਗ ਕੇ ਹਰ ਪਾਸੇ ਤੁਰਿਆ ਫਿਰਦਾ ਬੰਦਾ, ਧਰਮ ਦਾ ਭੇਖ ਪਾ ਕੇ ਧਰਮ ਦੇ ਨਾਮ 'ਤੇ। ਮਹਾਰਾਜ ਕਹਿੰਦੇ ਕਾਜ਼ੀ ਹੋਏ ਰਿਸ਼ਵਤੀ ਵੱਡੀ ਲੈ ਕੇ ਹੱਕ ਗਵਾਈ। ਜਿਹੜੇ ਹੱਕ ਦੀ ਗੱਲ ਗੁਰੂ ਨਾਨਕ ਸਾਹਿਬ ਕਰਕੇ ਗਏ ਸੀ, ਉਹ ਹੱਕ ਦੀ ਗੱਲ ਕਿੱਥੇ ਗਈ ਭਾਈ? ਮਹਾਰਾਜ ਜੀ ਕਹਿੰਦੇ ਇਸਤਰੀ ਪੁਰਖੈ ਦਾਮ ਹਿਤ, ਭਾਵੇਂ ਆਏ ਕਿਥਾਉ ਜਾਈ। ਬਸ ਇਸਤਰੀ ਅਤੇ ਪੁਰਖ ਦਾ ਰਿਸ਼ਤਾ, ਪਤੀ ਅਤੇ ਪਤਨੀ ਦਾ ਰਿਸ਼ਤਾ ਪੈਸਿਆਂ ਦੇ ਉੱਤੇ ਟਿਕ ਗਿਆ। ਜੇ ਹੈ ਤਾਂ ਰਿਸ਼ਤਾ ਹੈ, ਜੇ ਨਹੀਂ ਹੈ ਤਾਂ ਤੂੰ ਆਪਣਾ ਰਾਜ਼ੀ ਮੈਂ ਆਪਣਾ ਰਾਜ਼ੀ। ਬਸ ਇਹ ਮਹਾਰਾਜ ਜੀ ਕਹਿੰਦੇ ਕਿ ਭਾਈ ਗੁਰਦਾਸ ਜੀ ਦੇ ਬਚਨਾਂ ਦੇ ਵਿੱਚ ਅਸੀਂ ਗੁਰੂ ਨਾਨਕ ਸਾਹਿਬ ਦਾ ਉਹ ਸੱਚ ਪੜ੍ਹਿਆ ਕਿ ਇਹ ਅਥਰਬਣ ਵੇਦ ਹੋਇਆ ਨਾ। ਕੱਲ ਮੈਂ ਵੇਦ ਅਥਰਬਣ ਹੁਆ, ਨਾਮ ਖੁਦਾਈ ਅੱਲਾਹ ਭਇਆ, ਘਰ ਘਰ ਮੀਆਂ ਸਭਨਾ ਜੀਆਂ ਬੋਲੀ ਅਵਰ ਤੁਮਾਰੀ। ਅਤੇ ਫਿਰ ਇਹਨਾਂ ਵੇਦਾਂ ਦੇ ਕਰਕੇ ਜੇ ਕੋਈ ਕਹੇ ਕਿ ਸਿਰਫ ਬ੍ਰਾਹਮਣ ਹੀ ਪੜ੍ਹ ਸਕਦਾ ਹੈ, ਸ਼ੂਦਰ ਅਤੇ ਵੈਸ਼ ਨਹੀਂ ਪੜ੍ਹ ਸਕਦਾ, ਕੋਈ ਨੀਵੀਂ ਜ਼ਾਤ ਵਾਲਾ ਨਹੀਂ ਪੜ੍ਹ ਸਕਦਾ, ਕੋਈ ਇਸ ਚਮੜੀ ਦੇ ਰੰਗ ਵਾਲਾ ਨਹੀਂ ਪੜ੍ਹ ਸਕਦਾ, ਉਹਦੇ ਘਰ ਜਨਮ ਲਿਆ ਨਹੀਂ ਪੜ੍ਹ ਸਕਦਾ। ਮਹਾਰਾਜ ਕਹਿੰਦੇ ਨਹੀਂ, ਇਹ ਸਭ ਤੋਂ ਵੱਡਾ ਪਾਪ ਹੈ।
रब की गल सारे पढ़ सकते हैं। मुक्ति गल इत्थे है, चारे वेद होए सचियार, ये विच ज्ञान है, पर साड़ी होछी कलयुगी मत ने इस ज्ञान नूं आम लोकां भाव एक मिक करके सब की बराबरता तो तोड़ दिता। यही असी भेदभाव बना लिया जी, ये तो बाणी कली सिखां लई है जी, ये तो साड़ी बाणी है। महाराज कहते नहीं, भाओ भगत कर नीच सदाए। मुक्दी गल ये है, भावें कोई वेद पढ़न वाला भी अहंकार करे, महाराज कहते वह भी प्रवान नहीं। भावें कोई बाणी पढ़न वाला भी अहंकार करे, उन्होंने भी महाराज कहते धक्के ने। तो भावें कोई 5 वक्त की नमाज अल्लाह अल्लाह करन वाला भी अहंकार करे, महाराज कहते वह भी नरकां दा भोगी है। सच ये है कि भाओ भगत कर नीच सदाए, भावें सिख है, हिंदू है, मुसलमान है, क्रिश्चन है, पारसी है, यहूदी है, ज़ोरेस्ट्रिस कोई भी है, जैनी है, बोधी है, जे भगती दे अंदर निमरता नहीं आई ना, नीच सदाए वाला जुगत ही नहीं आया, ये प्रेम ही नहीं आया, महाराज कहते फिर की पढ़ना तेरा, किस क्या पढ़िया, क्या गुनिया, क्या वेद पुराना सुनिया, पढ़े सुने क्या होई जाओ। बस ये तुक पकड़ के रखियो, इसी तुक, क्योंकि पौड़ी का मैं दास पहले दिन तो ये कह रहा, जद सारिया पौड़ियाँ कट्ठियाँ पढ़ोगे तो इक्को मजमून दे विच ने, इक्को मजमून दे विच ने। और ये सारा मजमून ये है, भाओ भगत कर नीच सदाए। तो अगले सलोक की शुरुआत ही इत्थों हो रही है। पहला सलोक महला पहला कि सिंबल रुख सरायरा अत दीरघ अत मूच, भाओ भगत कर नीच सदाए। जे ये नहीं किया तो महाराज जी कहते ताओ नानक मुख अंतर पाए। जे भगती दे अंदर निमरता है तो रब की प्राप्ति है, जे भगती दे अंदर निमरता नहीं तो फिर सिंबल दे रुख दे वांग जिन्ना मर्जी वड्डा हो जा, जिन्ना मर्जी फैल जा, ना उन्होंने फुल लगते ने, ना उन्होंने चंगे पत्ते होंदे ते ना वो छां दे सकता है, वो बिल्कुल निफल होंदा है। आओ जी, जिहड़ा छंत 14वीं पौड़ी दे नाल है, जिनी ऐसा हर नाम ना चेत्यो से काहे जग आए राम राजे। चेत्यो जपते असी सारे रहे हाँ, पढ़ते असी सारे रहे हाँ, क्या पढ़ी है, क्या गुनिया, क्या वेद पुराना सुनिया, पढ़े सुने क्या होई जाओ सहज ना मिलियो सोई। गुरु अर्जुन साहब जी का बचन पढ़ो कि बंदिया की करी जाना है, पाठ पढ़ियो अर वेद विचारियो, निवल भुयंगम साधे पंच जनास्यो संग ना छुटक्यो, अदक अहंग बुद्ध बाधे प्यारे इन विद मिल ना जाए। गुरु नानक साहब ने काजी नूं कहा सी, नमाज मैं पढ़न नूं राजी हाँ तुहाडे नाल, पर नमाज जे पढ़ोगे फिर मैं भी पढ़ांगा। जद नमाज पढ़ी, काजी ने कहा महाराज तुसी क्या सी, जे नमाज पढ़ोगे तो मैं भी पढ़ांगा, तुसी तो पढ़ी नहीं, कुफर कीता, तुसी ते बहुत उच्च पीर हो, तुसी झूठ। महाराज कहते जे तुसी पढ़ी होंदी तो मैं भी पढ़ी होंदी, फिर मैं तो गल ये कहा सी ना, सच ही कीता मैं कहा सी जे तुसी भी नमाज अदा करोगे तो फिर मैं भी करांगा, पर तुसी नमाज अदा नहीं की सच्ची मुच्ची। ये पढ़ना नहीं होंदा, पढ़ना तो यह होंदा है जिहड़ी सत्तां आसमानां नूं चीर के खुदा दे दर तक आवाज़ जाए कलमां दी, कि तुहाडा मन कित्थे सी, तुहाडा मन कित्थे सी, वच्छी ते घोड़ी ते घर दे विच खूही, चित्त कित्थे सी। गुरु नानक साहब कहंदे चित्त सी कि वच्छी खूही च ना डिग जाए। तो मुला कहंदा महाराज मेरे नाल पढ़ लेंदे फिर। महाराज कहंदे तू सौदागरी करन इन्नी दूर पहुँच गया, इत्थे तेरा शरीर है तो बैठा तू कित्थे दूर सौदागरी करन, किहड़ी धरती ते बैठा तू, ईरान इराक दे बाज़ारां विच, ईरान दे बाज़ारां 'च घुमदा तेरा चित्त, मैं कित्थों नमाज अदा करदा तेरे नाल, तू भी नहीं कीती। सुल्तानपुर लोधी दा नवाब डर गया सी कि जे मुल्ले दे अंदर दा दसदा, काजी दे अंदर दा दसदा, कित्थे गुरु नानक साहब मेरा पर्दा भी ना फाश कर दे। वो कहंदा बस करो हुण। सुल्तानपुर लोधी दा नवाब दौलत खां कहंदा बस, जो गुरु नानक साहब ने कहा वो सत है। कहंदे हाँ सत है, बिल्कुल सत है। पढ़ना इनू नहीं क्या आख्या गुरु नानक साहब ने, पढ़ना तो वो है जिदे अंदर चित्त जुड़े। चित्त कित्थे है? डर गया सी नवाब कि कित्थे मेरा भी ना दस देन कि मेरा मन कित्थे सी, क्योंकि वह मन भी नमाज से नहीं सी। जिनी ऐसा हर ताईं गुरु अर्जुन साहब जी ने क्या, चेताई तां चेत साहिब सच्चा सो तणी।
जे मन चित जुड़ जाए ना तां चेता प्रवान है उस सच्चे वाहिगुरु दा। रोज़ पढ़ते हैं कि चेतना है तो चेत लै निस दिन में प्राणी, छिन छिन औद बेहाद है फूटे घट ज्यों पानी। धन गुरु तेग बहादुर साहब महाराज जी। अच्छा, रोज़ सोहला विच पढ़ते हैं कि सतगुरु गुरु पातशाह जी सानू चेते करांदे है कि ये संसार विकार संसे मह तरियो ब्रह्म ज्ञानी, जिसै जगाए पियावै ए रस अकत कथा तिन जानी, जाको आए सोई बिहाज। हर गुर ते मन है निज घर महल पावो, सुख सहजे बौर ना होएगो। जे टिक के ही नहीं जपिया, निज घर विच ही नहीं सुरत टिकी, फिर केड़ा आनंद है, फिर केड़ा आनंद है। फिर ते औद घटै दिनस रहन आरे मन, गुरमिल का सवारे। जिनी ऐसा हर नाम ना चेत्यो, से काहे जग आए राम राजे। उन्हां दा आना क्यों प्रवान है, शरीर कोई प्रवान नहीं। शरीर ते तां प्रवान सी जद उस शरीर दी चेतना दे अंदर वाहिगुरु वसदा। यह मानस जन्म दुलंभ है, बड़ा कीमती है। नानक मेर शरीर का एक रथ एक रथवाओ। शरीर रथ है तो आत्मा रथवाओ है कि आत्मा का कारज ही व्यर्थ रह गया। नाम बिना बिरथा सब जाए, मानस जन्म दुलंभ गुरमुख पाया। मन तन होए चुलम, जे सतगुरु पाया चलै। जन्म सवार वखर सच लै, पत पाए दरबार। सतगुर शब्द पै मूर्ख मन समझाए, आखूं केतड़ा गुरमुख हर गुण गाए। रंग रंगेतड़ा जिनी ऐसा हर नाम ना चेत्यो। महाराज जी कहते क्यों ये फिर जन्म व्यर्थ गवाया, ये तन किस लाहे आया। क्योंकि जे नाम ना वसिया, चंगे गुण ना वसे, फिर तो करतूत पशु की, फिर तो पशु चंगे ने साडे तो, जिहड़ा खा के घट्टो घट अपने मालक की वफादारी ते करते हैं। कि पशु मिले चंगियाइयां खड़ खावे अमृत दे, उन्होंने असी सुक्का भी पा दईए तूड़ी भी पा दईए, अगले खड़ खा के सानू दुध देंदे ने। ते महाराज जी कहते असी की सवारिया, असी ते सप दी नहीं आई जहर ही उगलिया। बिन सिमरन ज्यों जीवन बलना, सर्प जैसे अरजारी। उम्रां वधा लियां, उम्रां कर लियां, उम्र दराज हो गए, पर अंदरों महाराज जी कहते जहर नहीं खत्म होया विकारां दा विष्टा दा। सतगुरु जी कहते हुण वत्तै हर नाम ना बीजियो। वत्तै दा मतलब होंदा है जद धरती नूं ऐ चंगी तरह वालिया जांदा है ना, ऐ बिल्कुल जरखेज़ हो जाती है धरती। ये बिल्कुल किरसानी की भाषा है। उन्होंने पानी ला के मिट्टी नूं ऐ उपजाऊ तैयार करके फिर एक बारी उहदे ते हर उहदी धरती पाड़ दिंदा जद किसान हर हल दे नाल फेर के। हुण ते ट्रैक्टर ने, उस वेले पूरन समा हुंदा है, एक भी दिन की देरी नहीं हुंदी कि बीज का छिट्टा दईए। जे किसान कहे ना मैं अज हल वाह कोई नहीं, हुण हफ्ता मैं छुट्टियां कट के आवांगा, फिर मैं हफ्ते बाद कित्थे बीज का, हफ्ते तक तो सब कुछ गर्क हो जाना है भरावा, कल का कुछ नहीं पता। हुण जे 72 जमीन है ना, महाराज जी कहते अब कल्लू आयो रे एक नाम बोवो बोवो। जद मन विच ख्याल आ गया कि गुरु वाले होना है, हुण सोचना नहीं अगे पिछे, उसी दिन फिर महाराज जी कहते हुण वत्तै हर नाम ना बीजियो। जे अज क्या हुण यही तो क्या ना, सूर के सन्मुख रण ते डर पै, सती के सांचै भांडे। कोई सूरमा होए रण तत्ता सामने होए, वो कहता जी हजे तो मैं शस्त्र तिखे करने हैं। हद हो गई, वो कादा सूरमा है जे रण तत्ता वेख के भज जे। सती संडौरा फड़ लिया उन्हें, कहते आओ जी तू सती होना। सारे पिंड तो नमस्कार करवा ली, तो अगे सती होन लगी। ओहो कहती मैं तो एक मिनट हथाल फड़ियो संडौरा फड़ियो। कहते की होया भैणे, कहती मैं तो भांडे मांजने सी घर। हद हो गई, सूर के सन्मुख रण ते डर पै, रण वेख के डर जाए सूरमा। कादा सूरमा है, सती के सांचे भांडे। सती कौन है, जिहड़ी अगे तैयारी वेख के जिन्हें मरना होए तो कहे नहीं जी मैं तो अजे भांडे सवारने, साचे भांडे अजे तो भांडे तो ये नहीं होंदा। हुण वत्तै हर नाम ना बीजियो। नाम का ख्याल आया, गुरु वाले बनने का ख्याल आया, फिर बंदा मुकर गया नहीं जी हजे वेखांगे, हजे तो पोतरे पोतरी होणगे। दादा पोते की उंगल फड़ के सोचता है कि सोचा तो सी कि पोता होएगा पोती होएगी तो मैं गुरु वाला हो जाऊँगा। हुण ख्याल आया जद ये पोते का विआह हो जाएगा ना, फिर गुरु वाले हो जाएंगे। महाराज कहते वो दिन किहड़ा दिन किथे तू। अब कल्लू आयो रे एक नाम बोवो बोवो, अन रुत ना ही मत भरम भूलो भूलो। होर रुत नहीं है, ये समा है।
ਹੁਣ ਵੱਤੈ ਹਰ ਨਾਮ ਨਾ ਬੀਜਿਓ, ਅੱਗੇ ਭੁੱਖਾ ਕਿਆ ਖਾਏ। ਇਹ ਤੇ ਵਣਜ ਇਕੱਠਾ ਕਰਨਾ ਸੀ, ਅੱਗੇ ਕੀ ਲੈ ਕੇ ਜਾਏਗਾ। ਮਨਮੁਖਾਂ ਨੂੰ ਫਿਰ ਜਨਮ ਹੈ, ਨਾਨਕ ਹਰ ਭਾਏ। ਮਨਮੁਖ ਇਵੇਂ ਹੀ ਧੱਕੇ ਖਾਂਦੇ। ਮਹਾਰਾਜ ਕਹਿੰਦੇ ਇਹੀ ਮਨਮੁਖਤਾਈ ਹੈ, ਜਿਹੜੇ ਬਾਰੰਬਾਰ ਮਹਾਰਾਜ ਜੀ ਕਹਿੰਦੇ ਬਾਰੰਬਾਰ ਮਾਇਆ ਪੈ ਅਟਕੇ। ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗੱਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ। ਮਨਮੁਖਾਂ ਨੂੰ ਫਿਰ ਜਨਮ ਹੈ, ਨਾਨਕ ਹਰ ਪਾਏ। ਗੁਰੂ ਨਾਨਕ ਸਾਹਿਬ ਕਹਿੰਦੇ ਵਾਹਿਗੁਰੂ ਨੂੰ ਫਿਰ ਇਵੇਂ ਹੀ ਪਾਉਂਦਾ। ਫਿਰ ਅਸੀਂ ਜਨਮਾਂ ਜਨਮਾਂਤਰਾਂ 'ਚ ਇੱਕ ਜਨਮ ਮਿਲਿਆ ਸੀ ਸਾਨੂੰ, ਅਤੇ ਗੁਰੂ ਮਿਲੇ ਸਨ ਸਤਿਗੁਰੂ ਗੁਰੂ ਨਾਨਕ ਸਾਹਿਬ ਵਰਗੇ। ਜੇ ਉਹਨਾਂ ਦੀ ਬਾਤ ਤੋਂ ਵੀ ਅਸੀਂ ਵਾਂਝੇ ਰਹਿ ਗਏ, ਫਿਰ ਮਹਾਰਾਜ ਕਹਿੰਦੇ ਸਾਡਾ ਇਹ ਜਨਮ ਨਿਫਲ ਹੈ ਜੀ। ਆਓ ਜੀ ਅਸੀਂ ਹੁਣ ਆਸਾ ਕੀ ਵਾਰ ਦੇ 2 ਸ਼ਲੋਕ ਤੇ ਪੌੜੀ ਵੱਲ ਤੁਰੀਏ। ਇੱਕ ਵਾਰੀ ਫਿਰ ਧਿਆਨ ਨਾਲ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਸ਼ਲੋਕ ਮਹੱਲਾ ਪਹਿਲਾ। ਸਿਮਲ ਰੁਖ ਸਰਾਇਰਾ ਅਤ ਦੀਰਘਤ ਮੁੱਚ। ਬਸ ਜਿਹੜਾ ਪਿਛਲੇ ਹਫ਼ਤੇ ਮਜ਼ਮੂਨ ਸੀ ਨਾ, ਭਾਉ ਭਗਤ ਕਰ ਨੀਚ ਸਦਾਏ, ਕਿ ਭਗਤੀ ਕਰਕੇ ਨਿਮਰਤਾ ਹੀ ਨਾ ਆਈ। ਜੇ ਭਗਤੀ ਕਰਕੇ ਪ੍ਰਭੂ ਦੀ ਪ੍ਰੇਮਾ ਭਗਤੀ ਦੇ ਵਿੱਚ ਨਿਮਰ ਹੋਣਾ ਨਹੀਂ ਆਇਆ, ਫਿਰ ਭਗਤੀ ਚਿੱਤ ਕਰਕੇ ਨਹੀਂ ਹੋ ਰਹੀ, ਚਿੰਤਨ 'ਚ ਭਗਤੀ ਨਹੀਂ ਹੈ। ਜਿਸ ਤਰ੍ਹਾਂ ਹੁਣੇ ਹੀ ਮੈਨੂੰ ਉਸਤਾਦ ਗੁਰਪ੍ਰੀਤ ਸਿੰਘ ਕਹਿ ਰਹੇ ਸੀ, ਜੇ ਮਹਾਰਾਜ ਜੀ ਦਾ ਇਹ ਬਚਨ ਹੈ, ਰਾਜੇ ਚੁੱਲੀ ਨਿਆਓ ਕੀ ਗਿਰਹੀ ਕਾ ਸਤ ਦਾਨ। ਜੇ ਅਸੀਂ ਹੁਣ ਚੁੱਲੀਆਂ ਕਰਦੇ ਨੇ ਨਾ, ਬ੍ਰਾਹਮਣ ਦੀ ਚੁੱਲੀ ਦਾ ਜ਼ਿਕਰ ਕੀਤਾ ਬਾਣੀ 'ਚ, ਪੰਡਿਤ ਦੀ ਚੁੱਲੀ ਦਾ ਜ਼ਿਕਰ ਕੀਤਾ, ਰਾਜੇ ਦੀ, ਜਿਹਨੂੰ ਅਸੀਂ ਆਪਣੀ ਭਾਸ਼ਾ 'ਚ ਚਰੂਟੀ ਵੀ ਕਹਿ ਦਿੰਦੇ ਆ, ਚੁੱਲਾ ਵੀ ਕਹਿ ਦਿੰਦੇ ਆ। ਮੂੰਹ 'ਚ ਭਰ ਕੇ ਪਾਣੀ 'ਤੇ ਸੁੱਟਣਾ ਵੀ ਮੂੰਹ ਸਾਡਾ ਸੁੱਚਾ ਹੋ ਜਾਏ। ਗੱਲ ਇਹ ਹੈ ਕਿ ਚੁੱਲੀ ਦੇ ਵਿੱਚ ਭਰਿਆ ਹੋਇਆ ਪਾਣੀ ਅੰਦਰ ਨਹੀਂ ਜਾਂਦਾ। ਇਵੇਂ ਜੇ ਬਾਣੀ ਦੀ ਚੁੱਲੀਆਂ ਕਰੀ ਜਾ ਰਹੇ ਹਾਂ, ਪੜ੍ਹ ਪੜ੍ਹ ਕੇ ਬਾਹਰ ਹੀ ਬਸ ਸੁਣਾਈ ਜਾ ਰਹੇ ਹਾਂ, ਫਿਰ ਮਹਾਰਾਜ ਜੀ ਕਹਿੰਦੇ ਜੀਵਨ ਸੱਚ ਨਹੀਂ ਹੋਣਾ। ਇਸ ਬਾਣੀ ਨੂੰ ਅੰਦਰ ਲੈ ਕੇ ਜਾਣਾ ਪਏਗਾ, ਤਾਂ ਨਿਮਰਤਾ ਆਏਗੀ, ਤਾਂ ਸਤ ਭਾਵ ਪੈਦਾ ਹੋਏਗਾ, ਤਾਂ ਦੂਜੇ ਲਈ ਸਤਿਕਾਰ ਪੈਦਾ ਹੋਏਗਾ, ਤਾਂ ਆਪਣਾ ਆਪ ਗਵਾ ਕੇ ਆਪ ਗਵਾਈ ਹੈ, ਤਾਂ ਸ਼ਹੁ ਪਾਈ ਹੈ। ਇਹ ਹੈ ਭਾਉ ਭਗਤ ਕਰ। ਆਸਾ ਕੀ ਵਾਰ ਦਾ ਸਾਰਾ ਮਜ਼ਮੂਨ, ਜਿੰਨੇ ਮਰਜ਼ੀ ਸ਼ਲੋਕ, ਜਿਹੜੀਆਂ ਮਰਜ਼ੀਆਂ ਪੌੜੀਆਂ ਲੈ ਲਓ, ਹੈ ਗੱਲ ਨਿਮਰਤਾ ਦੀ, ਜਿਹਦੇ ਵਿੱਚ ਮਹਾਰਾਜ ਜੀ ਨੇ ਅੱਗੇ ਜਾ ਕੇ ਵੀ ਅਸੀਂ ਪਿੱਛੇ ਜ਼ਿਕਰ ਕਰਕੇ ਆਏ ਹਾਂ ਬਹੁਤ ਸਾਰਾ। 13 ਪੌੜੀਆਂ ਤੱਕ ਨਿਮਰਤਾ ਦੀ ਗੱਲ ਗੁਰੂ ਸਾਹਿਬ ਨੇ ਬਹੁਤ ਵਾਰ ਕੀਤੀ। ਇਹ ਵੀ ਹੋ ਗਿਆ। ਹੁਣ ਮੁਸਲਮਾਨਾਂ ਸਿਰਫ ਸ਼ਰੀਅਤ ਪਰ ਪੜ੍ਹ ਕਰ ਹੈ ਵਿਚਾਰ, ਬੰਦੇ ਸੇ ਜੇ ਪਵੈਂ ਵਿੱਚ ਬੰਦੀ ਵੇਖਣ ਕੋ ਦੀਦਾਰ, ਹਿੰਦੂ ਸਾਲਾ ਹੀ ਸਾਲਾਹਨ ਦਰਸ਼ਨ ਰੂਪ ਅਪਾਰ, ਤੀਰਥ ਨਾਵੇਂ ਅਰਚਾ ਪੂਜਾ ਅਗਰਬਾਸ ਵਹਿਕਾਰ। ਇਹ ਸਾਰਾ ਕੁਝ ਕਰਕੇ ਵੀ ਜੇ ਨਿਮਰਤਾ ਨਹੀਂ ਆਈ, ਫਿਰ ਇਹਨਾਂ ਕਰਮਾਂ ਦਾ ਕੀ ਫਾਇਦਾ। ਗਊ ਬ੍ਰਾਹਮਣ ਕੋ ਕਰ ਲਾਵੋ, ਗੋਬਰ ਤਰਨ ਨਾ ਜਾਈ, ਧੋਤੀ ਟਿੱਕਾ ਤੈ ਜਪਮਾਲੀ, ਧਾਨ ਮਲੇਛਾਂ ਖਾਈ। ਜੇ ਉਹਦੇ ਵਿੱਚ ਵੀ ਸੱਚ ਨਹੀਂ ਆਇਆ ਇੰਨਾ ਕੁਝ ਕਰਮ ਕਰਕੇ ਧਰਮ ਦਾ, ਫਿਰ ਮਹਾਰਾਜ ਕਹਿੰਦੇ ਕਾਹਦੇ ਧਰਮ। ਇਸ ਤੋਂ ਚੰਗਾ ਤੇ ਉਹ ਬੰਦਾ ਹੈ ਜਿਹਨੂੰ ਧਰਮ ਦੇ ਬਾਰੇ ਊੜਾ ਐੜਾ ਨਹੀਂ ਪਤਾ, ਊੜਾ ਐੜਾ ਨਹੀਂ ਜਾਣਦਾ, ਪਰ ਸੱਚ ਜੀਵਨ ਜਾਚ ਨਿਮਰਤਾ ਵਾਲੀ ਜਿਉਂਦਾ। ਮਹਾਰਾਜ ਕਹਿੰਦੇ ਮੈਂ ਉਹਨੂੰ ਨਮਸਕਾਰ ਕਰਦਾ। ਤਾਈਓ ਗੁਰੂ ਨਾਨਕ ਸਾਹਿਬ ਮਲਕ ਭਾਗੋ ਦੇ ਨਹੀਂ ਗਏ, ਬ੍ਰਹਮ ਭੋਜ ਹੋ ਰਿਹਾ। ਉਸ ਸਮੇਂ ਦੇ ਉੱਚ ਸ਼੍ਰੇਣੀ ਦੇ ਬ੍ਰਾਹਮਣ ਬੈਠੇ ਨੇ, ਗੁਰੂ ਨਾਨਕ ਸਾਹਿਬ ਉਹਦੇ ਘਰ ਜਾ ਰਹੇ ਜਿਹਨੂੰ ਧਰਮ ਕਰਮ ਦੀ ਕੋਈ ਸੁਰਤ ਨਹੀਂ ਹੈ, ਕੋਈ ਸੁਰਤ ਨਹੀਂ ਹੈ। ਮਹਾਰਾਜ ਕਹਿੰਦੇ ਵੇ ਲਾਲੋ ਘਰੇ ਹੈ? ਕਹਿੰਦਾ ਮਹਾਰਾਜ ਹਾਂ। ਮਹਾਰਾਜ ਕਹਿੰਦੇ ਜੋ ਬਣਿਆ ਛਕਾ ਦੇ ਅੱਜ। ਹਾ ਇਹ ਲੂੰ ਕੰਡੇ ਖੜੀ ਕਰਦੀ ਹੈ ਇਹ ਗੱਲ। ਮਲਕ ਭਾਗੋ ਦੇ 36 ਉਹ ਵੀ ਸੋਚਦਾ ਹੋਏਗਾ ਜੀ ਅੱਜ ਤੇ ਮਲਕ ਭਾਗੋ ਦਾ ਭੋਜ ਸੀ, ਇੱਥੇ ਕੌਣ ਆ ਗਿਆ। ਉਹ ਵੀ ਸੋਚਦਾ ਹੋਏਗਾ ਮਹਾਰਾਜ ਕਿਤੇ ਰਸਤਾ ਤੇ ਨਹੀਂ ਭਟਕ ਗਏ, ਕੌਣ ਹੋ ਤੁਸੀਂ। ਮਹਾਰਾਜ ਕਹਿੰਦੇ ਇੱਥੇ ਹੀ ਛਕਣਾ ਸੀ। ਭਾਉ ਭਗਤ ਕਰ ਨੀਚ ਸਦਾਏ ਦਾ ਸੱਚ ਦ੍ਰਿੜ ਕਰਨਾ ਸੀ, ਸਾਨੂੰ ਨਹੀਂ ਚਾਹੀਦਾ ਉਹ। ਸਿੰਬਲ ਰੁਖ ਸਰ ਆਇਰਾ, ਸਰ ਕਹਿੰਦੇ ਤੀਰ ਨੂੰ, ਆਇਰਾ ਦਾ ਮਤਲਬ ਤੀਰ ਵਰਗਾ ਸਿੱਧਾ। ਸਿੰਬਲ ਦਾ ਰੁਖ ਐ ਤੀਰ ਵਰਗਾ ਸਿੱਧਾ ਹੁੰਦਾ, ਬੜਾ ਉੱਚਾ, ਬੜਾ ਵੱਡਾ, ਬੜਾ ਵਿਸ਼ਾਲ ਹੁੰਦਾ। ਜੇ ਤੁਸੀਂ ਕਸ਼ਮੀਰ ਵਾਲੇ ਪਾਸੇ ਜਾਓ ਨਾ, ਉੱਥੇ ਬੜੇ ਵੱਡੇ ਸਿੰਬਲ ਦੇ ਰੁਖ ਨੇ, ਬਹੁਤ ਵੱਡੇ ਵਿਸ਼ਾਲ ਨੇ। ਲੰਡਨ ਬਹੁਤ ਨੇ, ਮੈਂ ਵੇਖ ਕੇ ਹੈਰਾਨ ਹੋਇਆ, ਉੱਥੇ ਬੜੇ ਪੁਰਾਣੇ ਬਰਮਿੰਗਮ, ਉੱਥੇ ਸਿੰਬਲ ਦੇ ਰੁਖ ਬੜੇ ਨੇ। ਪੂਰੇ ਜਗਤ ਪੂਰੀ ਧਰਤੀ 'ਤੇ ਸਿੰਬਲ ਦੇ ਰੁਖ ਨੇ, ਹਰ ਧਰਤੀ 'ਤੇ ਮਿਲੇਗਾ। ਇਹਦਾ ਮਤਲਬ ਮਹਾਰਾਜ ਜੀ ਨੇ ਉਸ ਰੁਖ ਦਾ ਉਦਾਹਰਣ ਲਿਆ ਜਿਹੜਾ ਯੂਨੀਵਰਸਲ ਹੈ। ਅਤੇ ਸੱਚ ਹੈ, ਅਹੰਕਾਰ ਭਾਵੇਂ ਕੋਈ ਕ੍ਰਿਸਚਨ ਹੋਏ ਅਤੇ ਭਾਵੇਂ ਕੋਈ ਹਿੰਦੂ ਹੋਏ, ਮੁਸਲਮਾਨ ਅਤੇ ਭਾਵੇਂ ਸਿੱਖ ਹੋਏ, ਅਹੰਕਾਰ ਵੀ ਯੂਨੀਵਰਸਲ ਹੈ। ਉਹ ਸਾਰਿਆਂ ਦੇ ਵਿੱਚ ਹੈ ਇੱਕੋ ਜਿਹਾ। ਉਹਦੇ ਵਿੱਚ ਧਰਮ ਕਰਮ ਦੀ ਬਾਤ ਨਹੀਂ ਹੁੰਦੀ, ਅਹੰਗ ਸਿਰਫ ਅਹੰਗ ਹੁੰਦਾ।
ਸਿੰਬਲ ਰੁੱਖ ਸਰ, ਸਰ ਕਹਿੰਦੇ ਤੀਰ ਨੂੰ, ਆਇਰਾ ਦਾ ਮਤਲਬ ਸਿੱਧਾ ਐ ਆਕੜਿਆ ਹੋਇਆ। ਅਤ ਦੀਰਘ ਬੜਾ ਵੱਡਾ ਹੈ। ਅਤ ਮੁੱਚ, ਮੁੱਚ ਦਾ ਮਤਲਬ ਕਹਿੰਦੇ ਚੌੜਾ, ਵੱਡਾ ਅਤੇ ਲੰਬਾ। ਮੁੱਚ ਦਾ ਮਤਲਬ ਲੰਬਾ, ਦੀਰਘ ਦਾ ਮਤਲਬ ਚੌੜਾ। ਓਏ ਜੇ ਆਵਹਿ ਆਸ ਕਰ ਜਾਏ ਨਿਰਾਸੇ ਕਿਤ। ਸਭ ਤੋਂ ਜ਼ਿਆਦਾ ਤੋਤੇ ਕੈਦ ਵਿੱਚ ਆ ਕੇ ਨਹੀਂ ਮਰਦੇ। ਤੋਤਿਆਂ ਦੀ ਮੌਤ ਸਭ ਤੋਂ ਜ਼ਿਆਦਾ ਸਿੰਬਲ ਦੇ ਰੁੱਖਾਂ 'ਤੇ ਹੁੰਦੀ ਹੈ। ਸਭ ਤੋਂ ਜ਼ਿਆਦਾ ਸਿੰਬਲ ਦੇ ਰੁੱਖ 'ਤੇ ਤੋਤਾ ਮਰਦਾ। ਅਤੇ ਇਕੱਲਾ ਤੋਤਾ ਨਹੀਂ, ਬਹੁਤ ਸਾਰੇ ਪੰਛੀ ਸਿੰਬਲ ਦੇ ਰੁੱਖ ਵਿੱਚ ਆ ਕੇ ਮਰਦੇ ਨੇ। ਕਾਰਨ ਕੀ ਹੈ? ਸਿੰਬਲ ਦਾ ਰੁੱਖ ਬਹੁਤ ਉੱਚਾ ਹੁੰਦਾ ਹੈ, ਆਕਰਸ਼ਿਤ ਕਰਦਾ ਪੰਛੀਆਂ ਨੂੰ। ਸਾਰੇ ਰੁੱਖਾਂ ਤੋਂ ਵੱਡਾ ਸਿਰ ਕੱਢ ਕੇ ਸਿੰਬਲ ਦਾ ਰੁੱਖ ਉੱਤੇ ਉਡਾਰੀ ਮਾਰਨ ਵਾਲੇ ਪੰਛੀਆਂ ਨੂੰ ਦਿਸਦਾ। ਉਹਦੇ ਫੁੱਲ ਬੜੇ ਸੋਹਣੇ ਹੁੰਦੇ ਆ, ਲਾਲ ਰੰਗ ਦਾ ਐਡਾ ਵੱਡਾ ਫੁੱਲ ਲੱਗਦਾ ਉਹਨੂੰ, ਬੜਾ ਵੱਡਾ। ਪਰ ਉਸ ਫੁੱਲ ਦੇ ਅੰਦਰ ਇੰਨੀ ਖੁਸ਼ਕੀ ਹੁੰਦੀ ਹੈ, ਇੰਨਾ ਜ਼ਿਆਦਾ ਉਸ ਫੁੱਲ ਅੰਦਰੋਂ ਸੁੱਕਿਆ ਹੁੰਦਾ, ਪੰਛੀ ਨੂੰ ਲੱਗਦਾ ਕਿ ਕਿੰਨਾ ਗੂੜਾ ਰੰਗ ਹੈ, ਰਸ ਦਾ ਭਰਿਆ ਹੋਏਗਾ। ਜਦ ਪੰਛੀ ਉਸ ਫੁੱਲ ਵਿੱਚ ਚੁੰਝ ਮਾਰਦਾ ਨਾ, ਉਹ ਇੰਨਾ ਕਰੁਖਤ ਹੁੰਦਾ ਅੰਦਰੋਂ, ਚੁੰਝ ਫਸ ਜਾਂਦੀ ਹੈ ਅਤੇ ਉਸ ਫੁੱਲ ਵਿੱਚ ਬੇਰਸੇ ਹੋਣ ਕਰਕੇ ਉਹ ਚੁੰਝ ਬਾਹਰ ਵੀ ਨਹੀਂ ਆਉਂਦੀ। ਕਈ ਪੰਛੀ ਸਿੰਬਲ ਦੇ ਫੁੱਲ ਦੇ ਵਿੱਚ ਆਪਣੀ ਚੁੰਝ ਫਸਾ ਕੇ ਮਰ ਜਾਂਦੇ ਨੇ, ਉਹਦੇ ਵਿੱਚੋਂ ਕੁਝ ਨਿਕਲਦਾ ਨਹੀਂ। ਗੁਰੂ ਨਾਨਕ ਸਾਹਿਬ ਨੇ ਇਹ ਸੱਚ ਦੱਸਿਆ, ਕਿਉਂਕਿ ਨਾ ਅੱਜ ਸਾਡੇ ਕੋਲ ਰੁੱਖ ਰਹੇ ਨੇ ਅਤੇ ਨਾ ਅੱਜ ਸਾਡੇ ਕੋਲ ਪੰਛੀ ਰਹੇ ਨੇ। ਇਹ ਤਾਂ ਸਾਡੇ ਆਮ ਦਿਸਦੀਆਂ ਉਦਾਹਰਣਾਂ ਸਨ। ਅੱਜ ਤੋਂ ਤਕਰੀਬਨ 15 ਸਾਲ ਪਹਿਲਾਂ ਮੈਂ ਅਨੰਦਪੁਰ ਸਾਹਿਬ 10-12, ਇਹ ਆਮ ਅਸੀਂ ਅੱਖਾਂ ਨਾਲ ਵੇਖਿਆ ਸੀ। ਅਤੇ ਜਿੱਥੇ ਅਸੀਂ ਅਨੰਦਪੁਰ ਸਾਹਿਬ ਪੰਜਾਬ ਵੀ ਅੱਜ ਕੱਲ੍ਹ ਵੀ ਅਸੀਂ ਅੱਖਾਂ ਨਾਲ ਵੇਖ ਲੈਂਦੇ ਹਾਂ, ਜਿੱਥੇ ਰੁੱਖਾਂ ਦੀ ਭਰਮਾਰ ਹੋਏ। ਇਹ ਸੱਚ ਹੁੰਦਾ। ਸਿੰਬਲ ਰੁੱਖ ਸਰ ਆਇਰਾ ਅਤ ਦੀਰਘ ਅਤ ਮੁੱਚ। ਓਏ ਜੇ ਆਵੈ, ਓਏ ਦਾ ਮਤਲਬ ਜੇ ਕੋਈ ਪੰਛੀ ਉੱਥੇ ਆਏ। ਆਸ ਕਰ ਜਾਹੇ ਨਿਰਾਸੇ ਕਿਤ, ਕਹਿੰਦੇ ਨਿਰਾਸ਼ ਹੋ ਕੇ ਜਾਂਦੇ ਆ। ਇਹ ਕਬੀਰ ਸਾਹਿਬ ਦਾ ਬਚਨ ਪੜ੍ਹ ਲਓ, ਸਿੱਧੀ ਜੀ ਗੱਲ ਕੀਤੀ ਹੈ। ਇੱਕ ਮਾਂ ਦੇ 2 ਪੁੱਤਰ ਨੇ, ਇੱਕ ਦੇ ਕੋਲ ਦੁਨੀਆ ਦਾ ਧਨ ਭਾਵੇਂ ਘੱਟ ਹੈ ਪਰ ਅੰਦਰ ਨਿਮਰਤਾ ਹੈ, ਇੱਕ ਦੇ ਕੋਲ ਦੁਨੀਆ ਦਾ ਧਨ ਬੇਸ਼ੁਮਾਰ ਹੈ। ਜਿੰਨਾ ਧਨ ਆਇਆ, ਮਹਾਰਾਜ ਜੀ ਕਹਿੰਦੇ ਨਿਰਾਸ਼ ਹੋ ਗਿਆ, ਭਾਵ ਰਸ ਤੋਂ ਬਿਨਾਂ ਹੋ ਗਿਆ, ਫਿੱਕਾ ਹੋ ਗਿਆ। ਦੁਨੀਆ ਦੀ ਪਰਵਾਹ ਨਹੀਂ, ਇੱਥੋਂ ਤੱਕ ਆਪਣਿਆਂ ਦੀ ਵੀ ਪਰਵਾਹ ਨਹੀਂ। ਅਤੇ ਫਿਰ ਕਬੀਰ ਸਾਹਿਬ ਨੇ ਬਚਨ ਉਚਾਰਿਆ ਕਿ ਜੋ ਨਿਰਧਨ ਸਰਧਨ ਕਹਿ ਜਾਏ, ਆਗੇ ਬੈਠਾ ਪੀਠ ਫਿਰਾਏ। ਗਰੀਬ ਭਰਾ ਨੂੰ ਆਪਣੇ ਅਮੀਰ ਭਰਾ ਨੂੰ ਮਿਲਣ ਦਾ ਅੰਦਰ ਚਾਅ ਪੈਦਾ ਹੋਇਆ, ਮੈਂ ਮਿਲ ਕੇ ਆਵਾਂ, ਅਜੇ ਲੈਣ ਨਹੀਂ ਜਾ ਰਿਹਾ ਕੁਝ। ਅਤੇ ਜਦ ਉਹਨੇ ਬੂਹਾ ਖੜਕਾਇਆ ਅਤੇ ਅਮੀਰ ਬੰਦਾ ਉਹਦਾ ਨੌਕਰ ਬੂਹਾ ਖੋਲ੍ਹਦਾ। ਨੌਕਰ ਦੇਖਦਾ ਹੈ ਕਿ ਭਰਾ ਆਇਆ, ਉਹ ਆ ਕੇ ਦੱਸਦਾ, ਮਾਲਕ ਤੁਹਾਡਾ ਭਰਾ ਆਇਆ। ਅੱਛਾ, ਉਹ ਪਿੱਠ ਫਿਰਾ ਲੈਂਦਾ, ਕਹਿੰਦਾ ਉਹਨੂੰ ਕਹਿ ਦੇ ਮੈਂ ਘਰ ਨਹੀਂ ਹਾਂ। ਸਿੱਧੀ ਗੱਲ ਹੈ, ਕਹਿੰਦੇ ਮੰਗਣ ਆਇਆ ਹੋਏਗਾ ਕੁਛ ਨਾ ਕੁਛ। ਇਹ ਸੱਚ ਹੈ। ਓਏ ਜੇ ਆਵਹਿ ਆਸ ਕਰ, ਧਨ ਐਸੀ ਗੱਲ ਹੈ। ਸਕੇ ਭਰਾਵਾਂ ਦਾ ਉਦਾਹਰਣ ਦਿੱਤਾ, ਜੋ ਨਿਰਧਨ ਸਰਧਨ ਕਹਿ ਜਾਏ, ਆਗਿਆ ਬੈਠਾ ਪੀਠ ਫਿਰਾਏ। ਜੋ ਸਰਧਨ ਨਿਰਧਨ ਕਹਿ ਜਾਏ, ਦੀਆ ਆਦਰ ਲਿਆ ਬੁਲਾਏ। ਜੇ ਗਰੀਬ ਭਰਾ ਨੂੰ ਪਤਾ ਲੱਗ ਜਾਏ ਨਾ ਅੱਜ ਅਮੀਰ ਆ ਰਿਹਾ, ਉਹ ਗੁਆਂਢੀਆਂ ਨੂੰ ਕਹਿੰਦਾ ਭਰਾਵਾ ਮੈਨੂੰ ਚੰਗੇ ਭਾਂਡੇ ਹੀ ਦੇ ਦਿਓ, ਥੋੜ੍ਹੇ ਪੈਸੇ ਹੀ ਦੇ ਦਿਓ, ਕਿਉਂ ਅੱਜ ਮੇਰਾ ਭਰਾ ਆ ਰਿਹਾ, ਮੈਂ ਉਹਦੀ ਸੇਵਾ ਕਰਾਂ। ਇਹ ਭਾਵਨਾ ਹੈ। ਇਸ ਕਰਕੇ ਲਾਲੋ ਗੁਰੂ ਨਾਨਕ ਸਾਹਿਬ ਜੀ ਨੂੰ ਪਿਆਰਾ ਹੈ, ਕਿਉਂਕਿ ਭਾਵਨਾ ਨੂੰ ਮਹਾਰਾਜ ਜੀ ਨੇ ਸਮਰਪਣ ਦਿੱਤਾ। ਇਹ ਕੋਈ ਉਦਾਹਰਣ 500 ਸਾਲ ਅੱਜ ਵੀ ਇਹ ਸੱਚ ਹੈ ਗੁਰੂ ਪਿਆਰਿਓ। ਅੱਤ ਤੋਂ ਅੱਤ ਦੀ ਅਮੀਰੀ ਦੇ ਵਿੱਚ ਅਸੀਂ ਐਸੀ ਕੰਗਾਲਤਾ ਦੇਖ ਲੈਂਦੇ ਹਾਂ, ਬੰਦਾ ਕਹਿੰਦਾ ਯਾਰ ਕਿੱਥੇ ਆ ਗਏ। ਅਤੇ ਅੱਤ ਤੋਂ ਅੱਤ ਗਰੀਬੀ ਵਿੱਚ ਵੀ ਐਸੀ ਅਮੀਰੀ ਵੇਖ ਲੈਂਦੇ ਹਾਂ, ਬੰਦਾ ਕਹਿੰਦਾ ਇੱਥੋਂ ਜਾਣ ਦਾ ਮਨ ਹੀ ਨਹੀਂ ਕਰਦਾ। ਇਸ ਗੱਲ ਨੂੰ ਮਹਾਰਾਜ ਅੱਜ 14ਵੀਂ ਪੌੜੀ ਦੇ ਨਾਲ ਸਮਝਾ ਰਿਹਾ ਕਿ ਗੁਰਮੁਖ ਪਿਆਰਿਓ, ਬਾਣੀ ਪੜ੍ਹਨੀ, ਗੁਰੂ ਕੇ ਸ਼ਬਦ ਭਾਵ ਵਿੱਚ ਜੁੜਨਾ ਤਾਂ ਪ੍ਰਵਾਨ ਹੈ ਜੇ ਘੱਟੋ ਘੱਟ ਅਸੀਂ ਨਿਮਰਤਾ 'ਤੇ ਲੈ ਕੇ ਆਈਏ, ਜੇ ਪ੍ਰੇਮ 'ਤੇ ਲੈ ਕੇ ਆਈਏ। ਭਾਉ ਭਗਤ ਕਰ ਨੀਚ ਸਦਾਏ। ਜੇ ਇੱਕੋ ਹੀ ਗੁਣ ਨਹੀਂ, ਹੋਰ ਕਿਸੇ ਗੁਣ ਦੀ ਮਹਾਰਾਜ ਜੀ ਇਸ ਪੌੜੀ ਅਤੇ ਸਲੋਕਾਂ 'ਚ ਨਹੀਂ ਮੰਗ ਕਰਦੇ। ਇੱਕੋ ਚੀਜ਼ ਦੀ ਮੰਗ ਕਰਦੇ ਆ, ਗੁਰੂ ਕੇ ਸਿੱਖਾ ਲਾਲੋ ਹੋ ਜਾ। ਬਸ ਗੁਰੂ ਕੇ ਸਿੱਖਾ ਇੰਨੀ ਨਿਮਰਤਾ ਵਿੱਚ ਆ ਜਾ, ਜਿੰਨਾ ਗੁਰੂ ਨੇ ਦਿੱਤਾ ਹੈ ਸ਼ੁਕਰ ਕਰ। ਅਤੇ ਇਸੀ ਗੱਲ ਨੂੰ ਗੁਰਬਾਣੀ ਦੇ ਵਿੱਚ ਕਿਹਾ ਕਿ ਜੇ ਮਾਣ ਹੁੰਦਿਆਂ ਨਿਮਾਣਾ ਹੋ ਜਾਏ, ਤਾਣ ਹੁੰਦਿਆਂ ਨਿਤਾਣਾ ਹੋ ਜਾਏ, ਅਣ ਹੁੰਦੇ ਆਪ ਵੰਡਾਏ। ਜੇ ਥੋੜ੍ਹੇ ਤੋਂ ਥੋੜ੍ਹਾ ਹੈ ਨਾ,
तो बंदा कहे यार इन्ना थोड़ा है मैं वंडा, फिर मन च ख्याल आए थोड़ा है, थोड़े विचों थोड़ा तो वंडिया जा सकता है ना। जे थोड़े विचों भी थोड़ा वंड दे, महाराज कहते को ऐसा भगत सदाए, वो दरवेश है, वो भगत है। जिहदे कोल बहुता है वो कहे ना 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 मैं वंडना नहीं है, मैं देना नहीं। वो कहते इन्ना जा, कहते इन्ना भी नहीं देना। महाराज कहते फिर भगती नहीं, फिर मेरे दरवाजे दिल दे नहीं खुले तेरे लिए, मेरे घर दे विच ते भाव। इस शलोक नूं किवें विचारीए गुरु नानक साहब, तुसी ते कमाया, तुसी हंडाया, उच्चियां मीनारां तक सज्जन ठग दे पहुंचे हो, जिहदे घरां दे विच लोकां नूं इह प्रतीति है सब कुछ है, इत्थे किहड़ा सुख नहीं है, ते स्वर्गां विच तुसी सोवोगे अज गुरु नानक साहब। पर महाराज कहते इत्थे स्वर्ग नहीं, इत्थे ते कल नूं तैयारी हो रही है, सानू भी हलाल होना पै जाएगा कल नूं। इत्थे ते ये नहीं पता रात लंघे ना लंघे, सज्जन सही नाल मैं चलदियां नाल चलन। महाराज जी का बचन बड़ा प्यारा है। उज्जल कहा सूही राग का कितना प्यारा बचन है। देखो राग भी सूही वरत्या महाराज ने। सूहा रंग होंदा सुहाग का, सूहा रंग, सुहब तां सुहागणी, सूहा रंग होंदा प्रेम का। प्रेम विच ते निमरता ही होंदी है, होर कुछ नहीं होंदा। प्रेम दे विच ते समर्पण होंदा है, ते शब्द भी यही पढ़िया, जे समर्पण ही नहीं। उज्जल कहा चिलकना कोटम कालड़ी मस, धोतियां जूठ ना उतरे, जे सौ धोवां तिस। जिन्नी मर्जी बारों चका चौंध हो जाए, के दा भांडा जिन्ना मर्जी चमकाल है, महाराज जी कहते फिर हथ फेरेगा तो कालक ही कालक है। बारों धर्म की जिन्नी मर्जी महाराज जी कहते चका चौंध हो जाए, धर्म का इन्ना पसारा हो जाए, इन्ना दान पुन हो जाए, महाराज कहते नेड़े डिट के पता लगता है, ओए जे आवह आस कर जाए निरासैं कित, सरधन निर्धन दोनों भाई। कबीर साहब कहते सरधन निर्धन दोनों भाई, प्रभ की कला ना मेटी जाई। कहो कबीर निर्धन है सोई। असल कंगाल वो है, सुनो वो कंगाल नहीं जिहदे कोल चार पैसे घट ने। कह कबीर निर्धन है सोई जाकै हृदय राम ना होई। जिहदे हिरदे विच प्रभु दा नाम नहीं, कबीर साहब कहते अत दा कंगाल मैनू वो दिसदा। बाणी दा बचन है। महाराज जी कहते कौन वड्डा माया वड्याई। दुनिया की रीत है पैसे वाला वड्डा है, महाराज कहते ना, सो वड्डा जिन्हें राम लिव लाई। वड्डा तो वो है। वड्डे वड्डे जो दीसै लोग तिनको व्यापै। महाराज कहते जिन्ने देखे ने सब कंगाल ने, वड्डे तो वड्डे। इसी गल नूं क्या जिनकै पल्लै धन वसै तिनका नाओ फकीर। इत्थे फकीर का मतलब फकीरी बंदगी दरवेशी नहीं, गरीबी है, कंगालता है, भिख मंगी है। जिन्नी मर्जी दौलत होए बंदा, महाराज कहते कंगाल देखिया मैं। कला दुनिया का धन है फिर तो कंगाल ही होना है। जिनकै पल्लै धन वसै तिनका नाओ फकीर, जिनकै हिरदै तू वसै ते नर गुणी गहीर। जपो जी ते नर फल फिक्के फुल बक बके कम ना आवे हैं पत। बस 10 मिनट से समाप्ति करनी है, ज़्यादा समा नहीं लवांगे। फल फिक्के ने ते फुल बक बके ने, ना उत्ते फल लगता है कोई, तो ना कोई उहदे फुल दी कोई रस होंदा है। वो फल तो फुलों नूं वेख के ही बंदा जांदा है तो उत्थे सच्ची मुच्ची पछताउंदा है, कित्थे आ गए। कम ना आवे है पत, पत्ते भी किसी काम दे नहीं आउंदे। मिठत नीवी नानका, आहा एक तुक दे विच महाराज जी ने सिखर लाता, सिरा लाता। सब तो चंगी निमरता है। भावें गुरु नानक साहब कहते मैनू नहीं चाहिए धर्म का पसारा, मैं नहीं वेखना चाहता तुहाडे कर्म कांड या तुहाडे दिखावे धर्म दे, जां मैं नहीं इस मैनू इस दिखावे तो डर लगता। गुरु नानक साहब कहते मैं इस दिखावे नूं देख के कंब जांदा। क्यों? क्योंकि बहुतात विच जिथे बाहर का दिखावा होंदा है, अंदर खोखला ही होंदा है। मैनू खिमा बख्शो, मैं अपने आप नूं कह रहा, मैं किसी नूं कटाक्ष नहीं कर रहा। और ये जिहड़ी गल मैं तुहाडे नाल कह रहा, मैं अपने वल्लों नहीं कह रहा, जो गुरु नानक साहब कह रहे मैं वो कह रहा। जिथे निमरता है उत्थे मिठास है। मिठत नीवी नानका गुण चंगियाइयां तत। चंगियाइयां विचों चंगी चंगियाई ये नहीं है मैं सवेरे उठ के पूजा की है। महाराज कहते ये चंगियाई नहीं है। चंगियाई ये है तू सवेरे उठ के पूजा की है तो तेरे जीवन में सारा दिन पूजा की खुशबू आए। चंगियाई वो नहीं है सवेरे उत्ते मैं अगरबत्ती धूफ बत्ती करती अपने इश्क नूं। चंगियाई वो है तेरे अंदर गुणा का होवे वासला,
कड़वास लई जै तेरे अंदर खुशबू होए इत्र दी। ये है एव कह सुहागणी भैणे इनी बाती शौ पाई है। किवें? हिकमत हुक्म चुकाई है, जाकै प्रेम पदार्थ पाई है, तौ चरणी चित लाई है, शौ कह सो कीजै तन मनो दीजै, ऐसा परमल लाइए। सवेरे उठ के तो असी नहा धो के परफ्यूम छिड़क लेंगे। महाराज कहते मैनू वो परफ्यूम नहीं चाहिए, गुण चंगियाइयां तत्त दी खुशबू होए अंदर। अज तुसी परफ्यूम लाया, प्रभाव पा दोगे बाहरला, तो अंदर दे जे मुश्की है, खड़ोती है, तो फिर महाराज जी कहते उस मुश्क नूं किवें बर्दाश्त करांगे। बाहर का दिखावा वो तो चंद घंटिया में उड़ जाएगा, लाया होया बाहर का इत्र। अब तो अतर मिट्टी का लगाते हैं पोशाक पे कि खाक से उल्फत रहे, आखिर मिलना है खाक से। फरीदा खाक ना निंदी है, खाकू जेड ना कोए, जीवन दियां पैरां तले मोया ऊपर होए। ये है मिठत नीवी नानका, गुण चंगियाइयां तत्। पर निवण वाले बड़े तरीकों के मिलणगे। व्यापारी भी बड़ा चुकदा है, जिन्हें अपना माल वेचना होंदा वह भी बड़ा चुकदा है, शिकारी भी बड़ा चुकदा है, तो कातल भी बड़ा चुकदा है। पाप करने वाले दे अंदर बड़ी निमरता होंदी है, पर बाहर की निमरता वेख के उस भेख नूं देख के दरवेश ना समझ लियो। जिन्हों बाबा शेख फरीद का 61वां सलोक, काले मैढे कपड़े काला मैंडा वेस, गुनाह ही भरिया मैं फिरां लोग कहें दरवेश। मैं तो पापां दा भरिया, सब को निवै आप को, पर को निवै ना कोई। हर कोई अपने आप दे लई झुक रहा, हर कोई अपने मकसद ते अपनी अपनी उल्लू सीधा करने लई झुक रहा। भी मेरा काम हो जाए तो मैं झुक जाना, नहीं। पर को निवै ना कोई। पर को दा मतलब है किसी सच्ची मुच्ची किसी दी उचियाई करने वास्ते मैं झुक सकदा, सच्ची मुच्ची किसी दी वडियाई वास्ते मैं झुक सकदा। गुरु नानक साहब कहते नहीं झुक सकदा। हाँ, अपने आप नूं उत्ता चकना है, मेरी बहजा हो जाएगी, मैं निमरता दिखा देना। पर किसी दी वडियाई हो जाए, मैं निमर हो जा, बंदा कहता छड़, मैं क्यों झुका। पर को निवै ना कोई, धर ताराजू तोलिया निवै सो गौरा होए। तराजू का पासा वेख लो, भारा पासा ही थले होंदा है, यदा मतलब भारा पासा नीवा होंदा है, तो नीवा वो पासा होंदा जिहदे अंदर कुछ होंदा है, खोखला थोड़ी भारा होंदा है। कहो कबीर छूछा घट बोलै, खाली पासा तो रोला पाउंदा है, खाली भांडा तो माड़ा जा छेड़ दो, खड़खड़ 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 शोर पाउंदा है। भरिया होए ना कबहू डोलै, भरिया होया अडोल हुंदा है। जिहदे अंदर गुण चंगियाइयां तत्त ने, महाराज कहंदे सच्ची मुच्ची वो भावें बाहरों लीरो लीर होके भी आ जाए ना। महाराज जी का यह बचन है, जिन पट अंदर बाहर गुदड़, अंदर पट रेशम है, निमरता है, बाहरों भावें जिहो जा मर्जी है। ते भले संसार तिन नेहो लगा रब सेती, देखना विचार। यह है अपराधी दूना निवै जो हंथा मिरगाए। हंथा कहते शिकारी नूं चुकण दे विच, ते शिकारी दा असीं डंडे वत डंडौत कर लीए दुनिया नूं दिखाउण वास्ते कि मेरे वर्गा कोई झुकदा नहीं है। महाराज कहते मन ही नहीं झुकिया, मन फिर भी नहीं झुकिया। मन तो आकड़दा फिरदा, मन के अंदर तो आकड़ है, दुनिया नूं दिखाउण वास्ते। तो झुकण दी ते गल जे करिए, सब तो ज़्यादा जे झुकदा तो शिकारी। शिकारी तो टोआ पट के अंदर वड़ जाता है, धरती तो भी नीवा हो जाता है कि मैं दिसा ना। अपराधी दूना निवै, अपराध करन वाला भी झुकदा है, किसी नूं मारन वाला भी झुकदा है, चोरी करन वाला भी कई बारी झुक झुक के घरां दे विच सन ला के वड़दा है। झुकण नूं महाराज जी कहंदे प्रवान नहीं कीता। निमरता वो है जिहड़ी अंदरों होए, वो भावें सच बोल के करे। अपराधी दूना निवै जो हंथा मिरगाए। हंता कहंदे शिकारी नूं, मिरगाए कहंदे मिरग नूं। हिरन नूं मारन वाला भी झुकदा है, झुक के मारदा है। सीस निवाया क्या थिया जां हृदय कसुदे जाए। जिहड़ा बंदा सच बोलदा है, वो भावें सच्ची मुच्ची बाहर दा झूठा दिखावा ना करे। गुरु नानक साहब कहंदे मेरे घर च परवान है। पर जिहड़ा बंदा अंदरों झूठा है, बाहरों पुछ 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 करदा है, बाहरों आओ जी आओ जी आओ जी करदा है, महाराज कहंदे मेरे घर च वो त्रिग है, त्रिग है, उसकी कोई कीमत नहीं। सीस निवाया क्या थी है जां हृदय कुछ सुद्धा जाए। अंदर महाराज जी कहंदे कूड़ है, सिर झुका रहे हैं। महाराज कहंदे ये सिर झुकाया परवान नहीं। महला पहला पढ़ पुस्तक संध्या बादंग।
ਹੁਣ ਇੱਥੇ ਬਾਹਰ ਦੇ ਜਿੰਨੇ ਫੋਕਟ ਕਰਮ ਨੇ, ਭਾਵੇਂ ਮੈਂ ਚਿੱਟੇ ਕੱਪੜੇ ਪਾ ਲਾਂ, ਉੱਤੋਂ 3 ਫੁੱਟੀ ਕਿਰਪਾਨ ਪਾ ਲਾਂ, ਮੈਨੂੰ ਖਿਮਾ, ਸੱਚ ਕਹਿ ਰਿਹਾ ਮੈਂ, ਸੋਹਣੀ ਐ ਬੋਝ ਕੇ ਦਸਤਾਰ ਜਾਂ ਗੋਲ ਦੁਮਾਲਾ ਜਾਂ ਦਸਤਾਰ ਸਜਾ ਲਾਂ, ਮੈਂ ਭਾਵੇਂ ਵੱਡੇ ਵੱਡੇ ਕੜੇ ਪਾ ਲਾਂ, ਮੈਂ ਭਾਵੇਂ ਬਾਹਰ ਦੇ ਜਿੰਨੇ ਮਰਜ਼ੀ ਅਸੀਂ ਕਹੀਏ ਕਿ ਸਿੱਖੀ ਦੇ ਸ਼ਿੰਗਾਰ ਨੇ, ਸੱਚੀ ਮੁੱਚੀ ਸ਼ਿੰਗਾਰ ਨੇ, ਪਰ ਜੇ ਉਹ ਸ਼ਿੰਗਾਰ ਪਾ ਕੇ ਮੈਂ ਕੁਫਰ ਕਰਾਂ, ਮੈਂ ਬਾਣੇ ਨੂੰ ਦਾਗ ਲਾਵਾਂ, ਮਹਾਰਾਜ ਜੀ ਕਹਿੰਦੇ ਤ੍ਰਿਗ ਇਹੋ ਵੇਹਾ ਜੀਵਿਆ ਜਿਤ ਖਾਏ ਵਧਾਇਆ ਪੇਟ, ਕਿ ਸਿਰਫ ਧਰਮ ਨੂੰ ਖਾਣ ਵਾਸਤੇ ਵਰਤ ਰਿਹਾ, ਤ੍ਰਿਗ ਲਾਹਨਤ ਹੈ। ਸਤਿਗੁਰੂ ਜੀ ਕਹਿੰਦੇ ਇਹੋ ਜਿਹੇ, ਇਹ ਪ੍ਰਮਾਣ ਨਹੀਂ ਹੈ। ਇਹ ਬਾਣਾ ਵੀ ਮਹਾਰਾਜ ਕਹਿੰਦੇ ਇਸੀ ਕਰਕੇ ਮਹਾਰਾਜ ਜੀ ਨੇ ਉਦਾਹਰਣ ਲਿਆ, ਜੇ ਅਸੀਂ ਮੰਤਰਾਂ ਦਾ ਪਾਠ ਕਰੀਏ, ਧੋਤੀ ਪਾਈਏ, ਤੇੜ ਪਾਈਏ, ਧਾਗਾ ਪਾਈਏ, ਮਹਾਰਾਜ ਕਹਿੰਦੇ ਤੂੰ ਧਾਗੇ ਨੂੰ ਨਿਲੱਜ ਕਰ ਰਿਹਾ, ਨਿਲੱਜ ਬੰਦਿਆ, ਜਿਹੜਾ ਪਾਇਆ ਜਨੇਊ ਹੈ ਉਹਦੀ ਤੇ ਲਾਜ ਰੱਖ ਲੈ, ਜਿਹੜੀ 2 ਵਕਤ ਤੂੰ ਧੋਤੀਆਂ ਬੰਨ ਰਿਹਾ ਥੱਲੇ, ਜਿਹੜਾ ਧਰਮ ਦਾ ਚਿੰਨ੍ਹ ਹੈ, ਘੱਟੋ ਘੱਟ ਉਹ ਤੇ ਸ਼ਰਮ ਕਰ ਲੈ। ਤੇ ਜੇ ਇਹ ਨਹੀਂ, ਜਿਸ ਮੰਤਰ ਨੂੰ ਪਵਿੱਤਰ ਮੰਨਿਆ ਗਿਆ ਹਿੰਦੁਸਤਾਨ ਦੀ ਧਰਤੀ ਤੇ, ਹਿੰਦੂ ਧਰਮ ਦੇ ਵਿੱਚ ਸਨਾਤਨ 'ਚ ਗਾਇਤਰੀ ਮੰਤਰ ਬੜਾ ਪਵਿੱਤਰ ਹੈ, ਜਿਹਨੂੰ ਅਸੀਂ ਦੇਖੋ, ਇਹ ਹਿੰਦੂ ਗਾਇਤਰੀ ਮੰਤਰ ਦਾ ਜ਼ਿਕਰ ਇੱਕ ਵਾਰੀ ਨਹੀਂ, ਬਾਣੀ 'ਚ ਕਈ ਵਾਰੀ ਤੁਸੀਂ ਪੜ੍ਹੋਗੇ, ਭਗਤ ਜੀ ਦੇ ਸ਼ਬਦ ਵਿੱਚ ਵੀ ਪੜ੍ਹੋਗੇ ਤੁਸੀਂ, ਕਿ ਆਜ ਨਾ ਮੈਂ ਬੀਠੁਲ ਦੇਖਿਆ ਮੂਰਖ ਕੋ ਸਮਝਾਓ ਰੇ, ਉਹਦੇ ਵਿੱਚ ਵੀ ਇਹ ਜ਼ਿਕਰ ਆਇਆ। ਖੈਰ ਮੈਂ ਉਸ ਪਾਸੇ ਨਹੀਂ ਚਲਿਆ। ਤस्य ਵਿਤੁਰ ਵਰੇਣੀਅਮ ਵਰਗੋ ਦੇਵਸਿਆ ਧੀਮਹੀ ਦਿਓ ਯੋ ਨਾ ਪ੍ਰਚੋਦਿਆਤ, ਇਹ ਹੈ ਗਾਇਤਰੀ ਮੰਤਰ, ਜਿਹਨੂੰ ਬੜਾ ਪਵਿੱਤਰ ਮੰਨਿਆ ਗਿਆ। ਘੱਟੋ ਘੱਟ ਉਸ ਜ਼ੁਬਾਨ ਤੋਂ ਹੁਣ ਝੂਠ ਨਾ ਬੋਲ ਜਿਸ ਜ਼ੁਬਾਨ 'ਤੇ ਗਾਇਤਰੀ ਮੰਤਰ ਆ ਗਿਆ। ਐਡਾ ਮਹਾਰਾਜ ਜੀ ਨੇ ਇਹ ਗੱਲ ਸਮਝਾਈ ਹੈ। ਜਿਹੜਾ ਸੀਸ ਤੂੰ ਆਪਣੇ ਇਸ਼ਟ ਦੇ ਅੱਗੇ ਝੁਕਾ ਲਿਆ, ਉਹ ਸੀਸ ਤੂੰ ਫਿਰ ਕੁਫਰ ਕਰਦਾ, ਆਕੜਦਾ ਫਿਰਦਾ ਸਿੰਬਲ ਦੀ ਤਰ੍ਹਾਂ। ਪੜ੍ਹ ਪੁਸਤਕ ਸੰਧਿਆ ਬਾਦੰ, ਪੁਸਤਕ ਪੜ੍ਹ ਲਈ, ਸੰਧਿਆ ਕਰ ਲਈ, ਸੰਧਿਆ ਦੇ ਵਿੱਚ ਗਾਇਤਰੀ ਮੰਤਰ ਪੜ੍ਹਿਆ ਜਾਂਦਾ ਹੈ। ਪਰ ਮਹਾਰਾਜ ਜੀ ਕਹਿੰਦੇ ਹੱਦ ਹੋ ਗਈ, ਬਾਦ ਵਿਵਾਦ ਤੇਰੇ ਅੰਦਰ ਹੈ। ਸਿਲ ਪੂਜਸ ਬਗੁਲ ਸਮਾਦੰ, ਸਮਾਧੀ ਲਾ ਲਈ ਬਗਲੇ ਵਾਲੀ, ਆਪਣੇ ਇਸ਼ਟ ਮੂਰਤੀ ਨੂੰ ਵੀ ਪੂਜ ਲਿਆ ਤੇ ਬਗਲਾ ਸਮਾਧੀ ਵੀ ਲਾ ਲਈ, ਹੱਦ ਹੋ ਗਈ। ਮਹਾਰਾਜ ਜੀ ਕਹਿੰਦੇ ਬਗਲਾ ਸਮਾਧੀ ਹੰਸ ਨਹੀਂ ਬਣਾ ਦੇਗੀ, ਬਗਲਾ ਵੀ ਐ ਸੁਣ ਖੜਾ ਹੁੰਦਾ ਛੱਪੜ 'ਚ, ਮੱਛੀ ਵੇਖਦੇ ਸਾਰ ਚੁੰਝ ਮਾਰਦਾ। ਇੱਥੇ ਅਸੀਂ ਧਰਮ ਦੇ ਬਾਣੇ ਕੱਪੜੇ ਪਾਏ ਹਾਂ, ਅੱਖਾਂ ਬੰਦ ਕਰਕੇ, ਜਿੱਥੇ ਸਾਨੂੰ ਲੱਗਿਆ ਨਾ ਬਈ ਹੁਣ ਠੱਗੀ ਕਰੀਏ, ਇੱਥੇ ਇਹ ਬੰਦਾ ਨਿਮਰ ਹੈ, ਇੱਥੋਂ ਲੈ ਲਈਏ ਕੁਝ, ਬਸ ਮਹਾਰਾਜ ਜੀ ਕਹਿੰਦੇ ਬਗਲ ਸਮਾਧੀ ਹੈ। ਮੁਖ ਝੂਠ ਵਿਭੂਖਣ ਸਾਰੰਗ, ਹਾ 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 ਹਾ, ਬੰਦਾ ਕਹਿੰਦਾ ਮੈਂ ਤੇ ਗਹਿਣੇ ਨਹੀਂ ਪਾਉਂਦਾ, ਮੈਂ ਸਿਰਫ ਤੁਲਸੀ ਮਾਲਾ ਪਾਉਂਦਾ, ਮੈਂ ਜਨੇਊ ਪਾਉਂਦਾ, ਤੇੜ ਧੋਤੀ ਬੰਨਾ, ਕੋਈ ਮੁੰਦਰੀ ਨਹੀਂ, ਕੋਈ ਗਹਿਣਾ ਨਹੀਂ, ਬਸ ਆਪਣਾ ਸਭ ਤੋਂ ਸ਼ਾਂਤ ਸੰਤ ਸੁਭਾਅ, ਮੈਨੂੰ ਲੋੜ ਨਹੀਂ ਗਹਿਣਿਆਂ। ਪਰ ਮਹਾਰਾਜ ਕਹਿੰਦੇ ਜਦ ਝੂਠ ਬੋਲਦਾ, ਇੰਨਾ ਸਵਾਰ ਕੇ ਝੂਠ ਬੋਲਦਾ, ਜਿਵੇਂ ਗਹਿਣੇ ਆਕਰਸ਼ਿਤ ਕਰਦੇ ਲੋਕਾਂ ਨੂੰ, ਉਵੇਂ ਤੇਰੇ ਬੋਲਿਆ ਹੋਇਆ ਝੂਠ ਆਕਰਸ਼ਿਤ ਕਰਦਾ। ਵਾਹ, ਗਹਿਣੇ ਨਹੀਂ ਪਾਉਂਦਾ ਬੰਦਾ, ਕਹਿੰਦਾ ਮੈਂ ਤੇ ਸਤ ਸੁਭਾਅ ਦਾ, ਮੈਂ ਤੇ ਸਤੀ ਸੁਭਾਅ ਦਾ, ਸਤੋ ਗੁਣੀ ਆ, ਇਹ ਤੇ ਕੂੜ ਹੈ ਸੋਹਣਾ, ਇਹ ਸੱਚੀ ਮੁੱਚੀ ਮੇਰੇ ਵਾਸਤੇ ਕੂੜ ਹੈ। ਪਰ ਮਹਾਰਾਜ ਕਹਿੰਦੇ ਵਿਭੂਖਣ, ਵਿਭੂਖਣ ਕਿਹਨੂੰ ਕਹਿੰਦੇ? ਗਹਿਣੇ। ਐ ਜਦ ਝੂਠ ਬੋਲਦਾ ਇੰਨਾ ਸਵਾਰ ਕੇ ਬੋਲਦਾ ਜਿਵੇਂ ਗਹਿਣੇ ਚਮਕਦੇ ਹੈ। ਹਾਂ ਹਾਂ ਮਹਾਰਾਜ ਗੁਰੂ, ਇਹ ਉਦਾਹਰਣ ਦੁਨੀਆ ਦੇ ਕਿਸੇ ਗ੍ਰੰਥ ਵਿੱਚ ਨਹੀਂ ਮਿਲੇਗਾ ਜਿਹੜਾ ਗੁਰੂ ਨਾਨਕ ਸਾਹਿਬ ਇਹਨਾਂ ਤੁਕਾਂ ਵਿੱਚ ਦੇ ਰਹੇ। ਮੁੱਖ ਝੂਠ ਵਿਭੂਖਣ ਸਾਰੰਗ, ਐ ਸ੍ਰੇਸ਼ਟ ਕਰਕੇ ਝੂਠ ਨੂੰ ਦੁਨੀਆ ਨੂੰ ਦਿਖਾਉਂਦਾ ਜਿਵੇਂ ਇਹੀ ਸੱਚ ਹੈ, ਇਹੀ ਸੱਚ ਹੈ। ਇੰਨਾ ਝੂਠਾ ਮਹਾਰਾਜ ਕਹਿੰਦੇ, ਝੂਠ ਵੀ ਇੰਨਾ ਐ ਪਰਪੰਚ ਕਰਕੇ ਬੋਲਣਾ ਕਿ ਦੁਨੀਆ ਦੇ ਲੋਕ ਝੂਠ ਨੂੰ ਹੀ ਸੱਚ ਮੰਨੀ ਬੈਠੇ। ਇਹ ਨਹੀਂ ਜੀ, ਇਹੀ ਸੱਚ ਹੈ। ਜਿਵੇਂ ਗਹਿਣਿਆਂ ਵੱਲ ਆਕਰਸ਼ਿਤ ਹੁੰਦੇ ਆ ਬੰਦੇ ਦੇ, ਝੂਠ ਵੱਲ ਆਕਰਸ਼ਿਤ। ਤ੍ਰੈਪਾਲ ਤੇ ਹਾਲ ਵਿਚਾਰੰਗ, ਤ੍ਰੈਪਾਲ ਕਹਿੰਦੇ ਗਾਇਤਰੀ ਮੰਤਰ ਨੂੰ, ਤੇ ਹਾਲ ਕਹਿੰਦੇ 3 ਵਾਰੀ ਪੜ੍ਹ ਕੇ ਵਿਚਾਰਦਾ। ਹੱਦ ਹੋ ਗਈ, ਜਿਸ ਜ਼ੁਬਾਨ ਤੋਂ ਤੂੰ ਗਾਇਤਰੀ ਮੰਤਰ ਪੜ੍ਹ ਰਿਹਾ ਉਸ ਜ਼ੁਬਾਨ ਤੋਂ ਤੂੰ ਫਿਰ ਝੂਠ ਬੋਲ ਰਿਹਾ। ਮਹਾਰਾਜ ਕਹਿੰਦੇ ਤੌਬਾ ਨਹੀਂ ਹੋਈ ਰੱਬ ਦੇ ਨਾਮ ਦੀ। ਗਲ ਮਾਲਾ ਤਿਲਕ ਲਿਲਾਟਨ, ਭੂਖਣ ਨਹੀਂ ਪਹਿਨਣੇ। ਹਾਂ, ਤੁਲਸੀ ਮਾਲਾ ਤੇ ਬਸ ਤਿਲਕ ਲਿਲਾਟਨ ਹੈ, ਮੱਥੇ ਤੇ ਤਿਲਕ ਹੈ। ਮਹਾਰਾਜ ਕਹਿੰਦੇ ਪਰ ਤਿਲਕ ਨਹੀਂ ਹੈ, ਇਹ ਸੱਚੀ ਮੁੱਚੀ ਧੱਬਾ ਹੈ, ਦਾਗ ਹੈ ਧਰਮ ਦੇ ਨਾਮ ਤੇ। ਇਹ ਧਰਮ ਦੇ ਨਾਮ ਤੇ ਸਭ ਤੋਂ ਵੱਡਾ ਧੱਬਾ ਹੈ ਕਿ ਧਰਮ ਦੇ ਬਸਤਰ, ਧਰਮ ਦਾ ਭੇਖ ਇਹ ਵਰਤ ਕੇ ਝੂਠ ਦਾ ਪਸਾਰਾ ਕਰ ਰਹੇ ਹਾਂ, ਠੱਗੀ ਕਰ ਰਹੇ ਹਾਂ, ਅਹੰਗ ਕਰ ਰਹੇ ਹਾਂ। ਇਹ ਸਾਰਾ ਕੁਝ ਅਸੀਂ ਦੱਖਣੀ ਓਂਕਾਰ 'ਚ ਪੜ੍ਹ ਕੇ ਆਏ ਸੀ। ਬੜੇ ਵੱਡੇ ਭਾਗ ਨੇ ਕਿ ਇਸ ਥਾਂ 'ਤੇ ਦੱਖਣੀ ਓਂਕਾਰ ਵੀ ਪੜ੍ਹੀ
ताकि वो गल स्पष्ट हो गई जब सतगुरु जी ने सारा स्पष्ट किया सी। ये बड़ा श्लोक है। महाराज जी कहते दोए धोती वस्त्र कपाटन गल माला तिलक लिलाटन दोए धोती, धोतियां दो रखियां ने। जिस तरह असी कितने जाते हैं ना जी कशहरा लैके जाइए, क्यों जी किसी के घर जा रहे हैं अमृत वेले उठ के स्नान करांगे बाणी पढ़ांगे, किसी के घर जाके असी दिखावा करना है। पर आप महाराज कहते मैं वो देख रहा जो सच है, वो वेख रहा मैं जो सच है। दोए धोती वस्त्र कपाटन कि सिर के उत्ते भी कपड़ा रख के ढक के थोड़ी देर मैं जुड़ के बैठ गया। सब फोकट। महाराज जी कहते जे जानस ब्रह्मं कर्मं, ये ब्रह्म का जे कर्म होए महाराज कहते ये रब का कर्म नहीं है, ये सिर्फ झूठ है, दुनिया को पागल बनाने का प्रपंच है। अज भी सिख धर्म दे विच मेरे वर्गे बाणा पा के एडा कुफर तोल रहे रह रब का ना। गुरु नानक साहब, गुरु गोबिंद सिंह साहब रहमत बरसा सिर्फ और सिर्फ लूतियां ला रहे, अग ला रहे। तो गुरमत दियां जिहड़ियां स्टेजां सी जिथों तत्त ज्ञान की गल होनी सी, उस स्टेजां नूं वरत के महाराज कहते सच्ची मुच्ची तीरियां ला रहे, होर कुछ नहीं, एक दूसरे नूं भंडी जा रहे रज के। जिथे गुरमत की गल निरोल गुरमत होनी सी, जिस थां ते जैसे माया डर डरपत हार गुरुद्वारा जाए तहां जो व्यापै माया कहो ठहराई है, उन्हां स्टेजां नूं भी नहीं छड्डिया सी। ये कोई ब्रह्म का कर्म नहीं है, इस धर्म का कर्म नहीं है। जे जानस ब्रह्मं कर्मं सब फोकट निश्चव कर्मं, 100% 100% ये फोकट है। ये सारा इस तो उत्ते जो कुछ किया सब फोकट है। कहो नानक निहचो ध्यावे, निहचो का मतलब निमरता दे नाल जे ध्याउना ही नहीं किया, जे ध्याया ही नहीं, फिर महाराज कहते कोई जीवन दे विच कीता होया कर्म प्रवान नहीं है। कोई कर्म यही इत्थों ही शुरू किया सी। पाठ पढ़ियो और वेद विचारियो निवल भयंगम साधे, ते अंदर की है पंच जनासियों संग ना छुटके अदक अहंग बुद्ध बाधे। ते धर्म के भेख ने और अहंकार सतवें आसमान से चढ़ाता जी। बाबा जी जे सोफे ते बैठणगे तो पहला तौलिया विछायो, बई भांडे किहड़े ने जी, भांडे बाबा जी अपने लियाउणगे, तुहाडे भांडियां विच बाबा जी ने पानी भी नहीं पीना। हद हो गई। महाराज कहते किहड़े पासे तुर पे आ, हद हो गई। दे धारी पूजा वाल तुर पे आ। वो मतलब महाराज कहते शरीर वखरा होया। जो तो ब्राह्मण ब्राह्मणी जाया तो आन बाट काहे नहीं आया। तुम कत ब्राह्मण हम कत सूद, हम कत लोहू तुम कत दूध। बई तेरिया रगां च केड़ा दुध वह रहा है, जे मेरी रगां च लहू है जी। तुसी तोलिए विछा के बैठोगे, तुसी नाल गड़वैये रखोगे। ये गुरु नानक साहब दी नहीं बात। महाराज जी तो सीधा लालो दे घर जाते है तो कहना महाराज यही, महाराज कहते इन्हां भांडियां विच ही छकना है, लालो जो तेरे भांडे ने उही छकना जो तू बनाउंदा है। कहते जी कोदरा, महाराज कहते यही छकना है, तो बैठण नूं कोई थां नहीं। महाराज कहते जिथे तुसीं बहिंदे उत्थे ही बहना है। जे नहीं महाराज कहते सब फोकट निश्चय। बड़ा मुश्किल है पंथक स्टेजां तो इस सलोक दे विचार करना, मैनूं खिमा बख्शिओ, बहुत मुश्किल है, बहुत मुश्किल है। क्योंकि ये सीधा निशाना साडे ते है। जिस तरह आसमान ते तीर चलाउने आ ना, किथे निशाना नहीं जाता। माज की वार गुरु नानक साहब महाराज जी का बचन है, आसमान च चलाया होया तीर सीधा उत्ते जाता, तो उत्तों सीधा जे बिल्कुल बैलेंस तीर होए सीधा निशानची दे सिर च आके बचदा है जिन्हें चलाया। ये सलोक की व्याख्या सच्ची मुच्ची उत्ते तीर चलाउण दे बराबर है। किसी नूं नहीं असी इत्थे निशाना, वो तीर सीधा साडे आके वजदा है कि असी ही उस कैटेगरी विच खड़ गया जिथे गुरु नानक साहब ने सानू बचाया। कहो नानक निहचो ध्यावै, शरदा भावना निमरता तो बिना सिमरन नहीं है। जे पूर्ण निश्चा करके ध्याएगा विण सतगुर वाट ना पावै, फिर गुरु नानक साहब जी के बिना इस गल नूं कोई नहीं समझा सकता। सतगुरु गुरु नानक साहब सतगुर सच्चे तो बिना ये रस्ता नहीं पता लग सकता। पौड़ी कपड़ रूप सुहावना छड़ दुनिया अंदर, ये लफ्ज़ जावना वखरा पढ़ना है अर्ध विश्राम ला के। छड़ दुनिया अंदर जावना, ये नहीं छड़ दुनिया अंदर जावना ना। कपड़ रूप भाव जिमें ये असी अज कपड़ा पाया हफ्ता क पा लांगे, महीना पा लांगे, 6 महीने, साल, बई किन्ना कपड़ा जे मैला नहीं होएगा तो छिज जाएगा एक दिन, कपड़ा लीरो लीर हो जाएगा। इवें ही शरीर कपड़ा है। कपड़ रूप सुहावना अज सोहना है, छड़ दुनिया अंदर, ये दुनिया विच त्याग के अगे जाना है। महाराज कहते ये छड़ के जाना। मंदा चंगा अपना आपे ही कीता पावना।
जेहा बीजै सो लूणै कर्मा संदड़ा खेत। दद्दा दोष ना दियूँ किसे दोष कर्मा अपने, जो मैं किया सो मैं पाया, दोष ना दीजै अवर। मंदा ते चंगा अपना ही है, जो कीता है उही अगे मिलना है। महाराज जी कहते ये नहीं कि धर्म के नाम ते मैं जी सारी उम्र कथा की। महाराज कहते अगे जात ना जोर है, अगे जियो नवे, यही नहीं चलनी मेरी कथा अगे। अगे जो मैं कर्म कीते ने ना, जो मेरे अंदर दी चिंतन बिरती चलती सी, वो चलना है अगे, ये नहीं चलना। हुक्म किए मन भावदे, राह भीड़ै अगे जावना। वधीकी कीती गरीबां उपर जे खिंजा दाड़ी, नाम रखिया अपने आप नूं धर्मी संत साध, ते कम वो कीते जो एक पापी बादशाह भी नहीं करते। महाराज जी कहते हुक्म किए मन भावदे, हुक्म का मतलब हैगा जी हुजतां, हुजतां कीतियां, किसी का ख्याल नहीं रखिया, चक दो जी ये भी कर दो जी, साड़ी ताकत है असीं कर सकते हैं। राह भीड़ा अगे जावना, महाराज कहते इत्थे ही राह भीड़े हो रहे ने, देख लै। जिन्नी वधीकी तू कर रहा है ना, अपने हुक्म अपनी ताकत अपने धर्म दे बाणे करके, नहीं जी यही सच है, यही सच है, जो मैं कहता उवें ही होएगा। मैं नहीं, जे किसी का दिल दुखदा दुखदा रहे। महाराज कहते ये धर्म की गल नहीं है, दिल काहदा दुख रहा, जद गल ही धर्म की नहीं है, गल ही सच की नहीं है। बंदा अपने राह भीड़े कर रहा है। नंगा दोजक चालिया तां दिसै खरा डरावना। इत्थे नंगे का मतलब ये नहीं कि नगन हो जाना। असीं कहंदे ना आम करके बई मैं तैनूं नंगा करांगा, इहदा मतलब हुंदा तेरे कर्मां नूं मैं लोकां नूं दसांगा जो तू कीते है। इत्थे महाराज जी कहंदे साडे कर्म सानूं दिखाए जाणगे जो असीं कीता है। कबीर साहब दा वचन है, जन्म सिरानों लेखा देना। नंगा दूजक चालिया लेखा देना पैना है। आए कठिन दूत जम लेना, क्या ते खटिया कहाँ गवाया, चलो शताब दीवान बुलाया। हर दर हाल जाना ही जाना है, जरूर जाना है, रुकना नहीं है। सतगुरु जी कहते जे धर्म के नाम दे फोकट कर्म कर ले, ते फोकट कर्म करके दुनिया नूं पागल बना लिया, ते चित्त दे विच रब दा नाम इन्ना निक्का जा भी मासा जा भी नहीं वसिया, निमरता ही नहीं आई, भाव नहीं आया, फिर वो दिन चंगा नहीं सी जद तू धर्म के मार्ग ते तुरिया ही नहीं सी। वो दिन ते बहुत चंगा सी ना जद तू धर्म के मार्ग ते नहीं सी तुरिया, वो सगों चंगा सी। जे हुण धर्म के मार्ग ते तुर के भी महाराज जी कहते तू कूड़ कुसत ही कीता। सिल पूजस बगुल समादंग, बगलियां बगलियां दी वांग समाधियां ही लाइयां, सच हंस बण ही नहीं सकिया। कूड़ कबाड़ दा पसारी कीता। महाराज कहते इस तो चंगा ते उही दिन सी जिस दिन तू इस मार्ग ते नहीं सी तुरिया। 63वां सलोक है बाबा शेख फरीद जी दा। फरीद साहब कहते हैं, जां कुवारी तां चाओ, विवाही तां मामले, फरीदा एहो पछुताओ, वथ खुवारी ना थी है। जिस दिन इस मार्ग ते नहीं सी तुरे, बड़ा चाओ सी असी भी धर्मी होईए। अच्छा हुण धर्मी बन गया तो पता लगे यार याबी गल च पा लिया। क्यों? अंदर शौक सी सिर्फ दुनिया नूं दिखाउण दा, प्रेम भावना नहीं सी। जब दुनिया नूं दिखाउण दा शौक हुंदा ना, फिर धर्म भी यब लगदा है। फिर दुनिया तो लुक लुक के बंदा कारज करता है, बाहर भेख पाउंदा है, अंदर पाप करता है। जां कुवारी तां चाओ, जद नहीं सी धर्मी बने, धर्मी बनन का शौक सी। क्यों? बई इज्जत बड़ी होंदी है, मान बड़ा मिलता है, असी भी करिए। विवाही तां मामले, धर्मी बन गया। ये बड़े अर्थ ने, सिर्फ मैं इस पक्ष के अर्थ रह रहे इस सलोक के। हुण यब गल च पा लिया यार, की कर लिया। ਇਹੋ ਪਛੋਤਾਓ ਵਤ ਕੁਵਾਰੀ, कि हुण मैं कुवारी हो सकदा। ਵਿਆਹੀ कुड़ी जिस वेले कुवारी होंदी है ना, उन्होंने विआह का बड़ा चाव हुंदा है। कुवारी कुड़ी नूं विआह का चाव है, विआही गई, विआहुंदे सार सिर ते मामले पै गए, गृहस्थी बोझ पै गए, खलारे पै गए। हुण वो कहंदी है बई मैं कुवारी हो सकदी हां दोबारा। समाज कहंदा हुण तूं कुवारी नहीं हो सकदी। धर्मी बंदा धर्म का भेख पा के, झूठा धर्मी बंदा धर्म का भेख पा के कुफर कर रहा है। कुफर किया, सारी उम्र कुफर की। हुण जन्म सिरानों लेखा देना,
ਕੱਪੜ ਰੂਪ ਸੁਹਾਵਣਾ, ਛੱਡ ਦੁਨੀਆ ਅੰਦਰ ਜਾਵਣਾ। ਆਓ ਜੀ ਹੁਣ ਸਮਾਂ ਆ ਗਿਆ ਜਾਣ ਦਾ। ਧਰਮੀ ਬੰਦਾ ਕਹਿੰਦਾ ਮੈਂ ਤੇ ਨਾਮ ਜਪ ਹੀ ਨਹੀਂ ਸਕਿਆ, ਝੂਠਾ ਧਰਮੀ ਬੰਦਾ, ਮੈਨੂੰ ਮੌਕਾ ਦੇ ਦਿਓ, ਮੈਂ ਹੁਣ ਜਪ ਲਾਂ। ਤੇ ਅੱਗੋਂ ਮਹਾਰਾਜ ਕਹਿੰਦੇ ਭੇਖ ਤੇ ਤੂੰ ਕਿੰਨਾ ਚਿਰ ਦਾ ਪਾਇਆ ਸੀ, ਜੇ ਹੁਣ ਭੇਖ ਦੇ ਵਿੱਚ ਵੀ ਨਹੀਂ ਜਪਿਆ ਤੇ ਫਿਰ ਹੁਣ ਕਦ ਜਪੇਗਾ ਭਰਾਵਾ? ਹੁਣ ਦੱਸ ਕਿਹੜੀ ਥਾਂ ਹੈ ਜਿਹੜੀ ਜਪਣ ਵਾਲੀ ਹੈ ਕਿ ਮੈਂ ਹੁਣ ਵਾਪਸ ਦੁਬਾਰਾ ਤੋਂ ਜਪ ਲਾਂ, ਫਿਰ ਮੈਂ ਹੁਣ ਸੱਚੇ ਮਾਰਗ। ਵੱਥ ਖੁਆਰੀ ਨਾ ਥੀ ਹੈ। ਹੁਣ ਤੇ ਜੋ ਤੂੰ ਕਰ ਬੈਠਾ ਹੈ ਪਹਿਲਾਂ ਉਹਦਾ ਲੇਖਾ ਜੋਖਾ ਦੇ, ਫਿਰ ਇਹ ਸਿੱਧੀ ਗੇਮ ਸੱਪ ਸੀੜੀ ਵਾਲੀ ਹੈ, ਸੱਪ ਸੀੜੀ ਵਾਲੀ ਹੈ। ਬੰਦਾ ਆਪਣੀ ਹੁਜਤਾਂ ਕਰਕੇ ਜੀ ਸਿਖਰ ਤੇ ਪਹੁੰਚ ਗਿਆ, 99 ਤੇ ਪਹੁੰਚ ਕੇ ਵੀ ਫਿਰ ਉੱਥੋਂ ਫਿਰ ਇੱਕ ਤੇ ਆ ਜਾਂਦਾ ਬੰਦਾ, ਫਿਰ ਇੱਕ ਤੇ। ਇਹ ਸੱਚ ਹੈ। ਹੁਕਮ ਕੀਏ ਮਨ ਭਾਵਦੇ, ਰਾਹ ਭੀੜੇ ਅੱਗੇ ਜਾਵਣਾ। ਰਾਹ ਭੀੜੇ ਕੀ ਹੈਗੇ? ਮਹਾਰਾਜ ਕਹਿੰਦੇ ਨਾਮ ਨਹੀਂ ਜਪਿਆ, ਸੱਚ ਨਹੀਂ ਕੀਤਾ। ਜ਼ਿਮੀ ਪੁੱਛੈ ਅਸਮਾਨ ਫਰੀਦਾ ਖੇਵਟ ਕਿਨ ਗਏ, ਜਾਲਨ ਗੋਰਾ ਨਾਲ ਉਲਾਮੇ ਜੀ ਸਏ। ਉਲਾਮੇ ਇਸ ਜਿੰਦ ਨੂੰ ਸਹਿਣੇ ਅੱਗੇ। ਨੰਗਾ ਦੋਜ਼ਕ ਚਾਲਿਆ, ਸਾਡੇ ਕੀਤੇ ਹੋਏ ਕਰਮਾਂ ਦਾ ਮਹਾਰਾਜ ਜੀ ਨੇ ਲੇਖਾ ਜੋਖਾ ਦਿਖਾਤਾ, ਬਈ ਇਹ ਕੀਤਾ ਤੂੰ। ਇੱਥੇ ਹੁਣ ਕੋਈ ਝੂਠ ਸੱਚ ਤੇ ਹੋ ਹੀ ਨਹੀਂ ਸਕਦਾ, ਜੋ ਹੈ ਇਹੀ ਹੈ। ਤਾਂ ਦਿਸੈ ਖਰਾ ਡਰਾਵਣਾ, ਸਾਨੂੰ ਆਪਣੇ ਕੀਤੇ ਹੋਏ ਕਰਮਾਂ ਦਾ ਜਿਸ ਦਿਨ ਲੇਖਾ ਦਿਖਾਇਆ ਜਾਏਗਾ, ਗੁਰੂ ਨਾਨਕ ਸਾਹਿਬ ਕਹਿੰਦੇ ਸਾਡੀ ਆਤਮਾ ਆਪਣੇ ਕਰਮਾਂ ਨੂੰ ਵੇਖ ਕੇ ਤੌਬਾ ਕਰੇਗੀ, ਜੀ ਮੈਂ ਇਹ ਵੀ ਕੀਤਾ ਸੀ, ਮੈਂ ਇਹ ਵੀ ਕੀਤਾ ਸੀ। ਕਰ ਅਵਗੁਣ ਪਛੋਤਾਵਣਾ, ਧਰਮ ਦੇ ਨਾਮ ਤੇ ਵੀ ਜੇ ਅਵਗੁਣ ਹੀ ਕਰਨੇ ਸੀ ਤੇ ਫਿਰ ਮਲਕ ਭਾਗੋ ਤੇਰੇ ਤੋਂ ਚੰਗਾ ਤੇ ਲਾਲੋ ਹੈ, ਜਿਹੜਾ ਸੱਚ ਧਰਮ ਤੇ ਨਿਮਰਤਾ ਦਾ ਮਾਲਕ ਹੈ, ਜਿਹਦੇ ਘਰ ਗੁਰੂ ਨਾਨਕ ਸਾਹਿਬ ਦੀ ਰਬਾਬ ਵਜੀ ਹੈ, ਜਿਹਦੇ ਘਰ ਪ੍ਰੇਮ ਹੈ। ਬਾਬਰ ਮਾਫੀ ਮੰਗਦਾ ਹੈ, ਮਹਾਰਾਜ ਕਹਿੰਦੇ ਕੋਈ ਮਾਫੀ ਨਹੀਂ, ਸੱਚ ਧਰਮ ਹੈ ਹੀ ਨਹੀਂ। ਤੇ ਜਿੰਨਾ ਚਿਰ ਤੱਕ ਧਰਤੀ ਹੈ ਬਾਬਰ ਨੇ ਜ਼ਾਬਰ ਹੀ ਰਹਿਣਾ ਹੈ, ਕਿਉਂ? ਗੁਰੂ ਗ੍ਰੰਥ ਸਾਹਿਬ 'ਚ ਬਚਨ ਹੈ, ਜਿੰਨਾ ਚਿਰ ਤੱਕ ਜ਼ਮੀਨ ਆਸਮਾਨ ਹੈ ਉਹਨਾਂ ਚਿਰ ਤੱਕ ਰਾਜੇਸ਼ੀ ਮੁਕੱਦਮ ਕੁੱਤੇ, ਜਾਏ ਜਗਾਇਨ ਬੈਠੇ ਸੁੱਤੇ, ਚਾਕਰ ਨਹਦਾ ਪਾਇਨ ਘਾਓ, ਰਤ ਪਿੱਤ ਕੁੱਤੇ ਉਹ ਚੱਟ ਜਾਓ। ਕਰ ਅਵਗੁਣ ਪਛੋਤਾਵਣਾ, ਫਿਰ ਪਛਤਾਵਾ ਹੈ, ਫਿਰ ਸੱਚ ਨਹੀਂ ਹੈ। ਸਤਿਗੁਰੂ ਜੀ ਬਖਸ਼ਿਸ਼ ਕਰਨ। ਇਹ ਦੋ ਸਲੋਕ ਅਹੰਕਾਰ ਦੇ ਸੂਚਕ ਨੇ। ਪਹਿਲੇ ਸਲੋਕ ਦੇ ਵਿੱਚ ਜਿੰਨੇ ਮਰਜ਼ੀ ਭਾਵੇਂ ਕੋਈ ਰਾਜਾ ਹੋਏ, ਭਾਵੇਂ ਕੋਈ ਵਪਾਰੀ ਹੋਏ, ਪਰ ਜੇ ਸਿੰਬਲ ਦੀ ਰੁੱਖ ਦੀ ਤਰ੍ਹਾਂ ਅੜਿਆ ਹੋਇਆ ਹੈ ਤੇ ਉਹਨੂੰ ਕਿਸੇ ਨੂੰ ਲਾਭ ਨਹੀਂ ਦੇਣਾ ਤੇ ਉਹਨੇ ਆਪਣਾ ਵੀ ਨਹੀਂ ਸਵਾਰਨਾ। ਸਿੰਬਲ ਦਾ ਰੁੱਖ ਕਿਸੇ ਕੰਮ ਦਾ ਨਹੀਂ। ਤੇ ਦੂਸਰਾ, ਜੇ ਧਰਮ ਦੇ ਮਾਰਗ ਤੇ ਅਹੰਕਾਰ ਤੇ ਦਿਖਾਵਾ ਫੋਕਟ ਹੈ, ਫਿਰ ਤੇ ਮਹਾਰਾਜ ਜੀ ਕਹਿੰਦੇ ਹੈ ਸੱਚੀ ਮੁੱਚੀ ਇਹ ਫੋਕਟ ਕਰਮ ਕਿਸੇ ਕੰਮ ਦੇ ਨਹੀਂ। ਕਰਮ ਧਰਮ ਪਾਖੰਡ ਜੋ ਦੀਸੈ ਹੈ, ਤਿੰਨ ਜਮ ਜਾਗਾਤੀ ਲੂਟੈ ਹੈ। ਜਮ ਲੈ ਕੇ ਗਏ ਤੇ ਬੰਦਾ ਕਹਿੰਦਾ ਮੈਂ ਇੰਨੀ ਪੂਜਾ ਕੀਤੀ ਸੀ, ਮੈਂ ਇੰਨੇ ਪਾ, ਮੈਂ ਇੰਨੇ ਤੀਰਥ। ਜਮ ਕਹਿੰਦੇ ਸਭ ਮੈਂ ਇੱਥੇ ਰੱਖ ਲਏ ਨੇ, ਅੱਗੇ ਹੁਣ ਕੱਖ ਵੀ ਨਹੀਂ ਜਾਣਾ, ਇੱਥੇ ਤੱਕ ਹੀ ਹੈ। ਜਮਾਂ ਦੇ ਰਸਤੇ ਤੇ ਹੀ ਲੁੱਟੇ ਜਾਂਦੇ ਨੇ ਉਹ ਫੋਕਟ ਕਰਮ। ਫਿਰ ਪੜੋ, ਕਰਮ ਧਰਮ ਪਾਖੰਡ ਜੋ ਦੀਸੈ, ਤਿੰਨ ਜਮ ਜਾਗਾਤੀ ਲੁੱਟਿਆ। ਤੇ ਜਮ ਜਗਾਤ ਹੀ ਲੈ ਲੈਂਦੇ, ਕਹਿੰਦੇ ਇਹ ਤੇ ਸਾਡੇ ਹੀ ਨੇ, ਅੱਗੇ ਨਹੀਂ ਜਾਣੇ। ਨਿਰਵਾਣ ਕੀਰਤਨ ਗਾਵੋ, ਕਰਤੇ ਕਾ ਨਿਮਕ ਸਿਮਰਤ ਜਿਤ ਛੂਟੈ। ਤੇ ਇੱਕ ਧਨ ਸਦਾ ਰਹਿਣ ਵਾਲਾ ਹੈ। ਸਿੱਖ ਕਦੀ ਵੀ ਲਕਸ਼ਮੀ ਦਾ ਪੁਜਾਰੀ ਨਹੀਂ ਹੈ, ਯਾਦ ਰੱਖਿਓ। ਜਿਹਨੂੰ ਜਿਹਦਾ ਧਰਮ ਆਗਿਆ ਇਜਾਜ਼ਤ ਹੁਕਮ ਕਰਦਾ ਉਹ ਮੁਬਾਰਕ ਹੈ। ਸਿੱਖ ਕਦੀ ਵੀ ਸਿੱਖ ਪੁਜਾਰੀ ਹੈ। ਅੱਜ ਦਾ ਹੁਕਮਨਾਮਾ ਪੜ੍ਹ ਕੇ ਆਇਓ, ਮਹੱਲਾ ਤੀਜਾ। ਇਹ ਧਨ ਅਖੁੱਟ ਨਹਿ ਨੁਕਟੈ ਨਾ ਜਾਏ। ਜੇ ਸਿੱਖ ਪੁਜਾਰੀ ਹੈ ਤੇ ਸੱਚੇ ਧਨ ਦਾ, ਨਾਮ ਦੇ ਧਨ ਦਾ, ਜਿਹੜਾ ਨਾਮ ਦੇ ਧਨ ਦਾ ਪੁਜਾਰੀ ਬਣਦਾ ਹੈ, ਮਾਇਆ ਵੀ ਫਿਰ ਉਹਦੀ ਦਾਸੀ ਬਣਦੀ ਹੈ। ਸਤਿਗੁਰ ਬਖਸ਼ਿਸ਼ ਕਰਨ, ਨਾਮ ਦੇ ਅਸੀਂ ਪੁਜਾਰੀ ਬਣੀਏ, ਅਸੀਂ ਲਕਸ਼ਮੀ ਦੇ ਪੁਜਾਰੀ ਨਾ ਬਣੀਏ। ਸਿੱਖ ਦੇ ਵਾਸਤੇ ਤੇ ਇਹ ਹੁਕਮ ਹੈ। ਸਤਿਗੁਰ ਜੀ ਦਾ ਜੋ ਮਰਜ਼ੀ ਬਚਨ ਤੁਸੀਂ ਉਠਾ ਲਓ। ਮਹਾਰਾਜ ਜੀ ਕਹਿੰਦੇ ਜੇ ਮਾਇਆ ਹੀ ਪੂਜੀ ਹੈ ਤੇ ਫਿਰ ਮਹਾਰਾਜ ਜੀ ਕਹਿੰਦੇ ਹੈ ਮਾਟੀ ਕੋ ਪੁੱਤਰਾ ਕੈਸੇ ਨਚਤ ਹੈ, ਦੇਖੈ ਦੇਖੈ ਸੁਨੈ ਬੋਲੇ ਦੌਰਿਓ ਫਿਰਤ ਹੈ, ਜਬ कछ पावत तब गर्भ करत है, माया गई तो रोमन लगत है। पर जे प्रभु ਨੂੰ ਧਿਆਇਆ ਫਿਰ ਮਾਇਆ ਦਾਸੀ ਹੈ।
ਜੇ ਕੋਈ ਗੱਲ ਇਹਨਾਂ ਬਾਣੀ ਦੇ ਬਚਨਾਂ ਵਿੱਚੋਂ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਸਾਡੇ ਮਨ ਨੂੰ ਭਾ ਜਾਏ, ਫਿਰ ਸਾਡਾ ਇਹ ਕੀਤਾ ਹੋਇਆ ਸਮਾਗਮ ਸਫਲ ਹੈ। ਮੇਰੀਆਂ ਕੀਤੀਆਂ ਭੁੱਲਾਂ ਮੇਰੇ ਝੋਲੀ ਪਾਇਓ, ਭੁੱਲਾਂ ਚੁੱਕਾਂ ਦੀ ਖਿਮਾ ਹੈ। ਸਭ ਦਾ ਧੰਨਵਾਦ। ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।